ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ हे प्राणनाथ गोबिंद है कृपा निधान जगद गुरु हे संसार ताप हरण है करुणामय सब दुख हरो हे शरण जोग दयाल है दीनानाथ मया करो शरीर स्वस्थ क्षीण समय सिमरंत नानक राम दामोदर माधव है धन धन पिता धन धन कुल धन धन सो जननी जिन गुरु जनिया माए धन धन गुरु जिन नाम आराध्या आप तरिया जिना डिठा तिना ले छुड़ाए जिता जियो पिंड सब तेरा तू अंतर जामी पुरख भगवान दासन दास कह जन नानक जिहा तू कराए है तेहा हो करी वखयान दासन दास कह जन नानक जिहा तू कराए है तेहा हो करी वखयान। वाहिगुरु जी का खालसा वाहिगुरु जी की फतेह। गरीब नवाज तख्त चबर छत्र दे मालक धन साहिब श्री गुरु ग्रंथ साहिब जी महाराज हजूर दी परम दया सदका आप जी सतसंगत दियां कड़ियां दा सुख मान रहे हो। ये विशेष हफ्तावारी दीवान सच्चे पातशाह जी दे चरनां विच आप संगती रूप में जुड़ करके अपने जीवन दे सवासां दा लाहा प्राप्त करते हो। धन गुरु अर्जन देव सच्चे पातशाह जी महाराज हजूर दा शहीदी प्रसंग क्योंकि पिछले दिनों विच महाराज जी का शहीदी गुरपुरब लंघिया सतगुरां जी दे शहादत का प्रसंग आपां सरवण कर रहे सी। अज धर्मवीर सतगुरु मीरी पीरी दे मालक धन गुरु हरगोबिंद साहिब सच्चे पातशाह जी महाराज जी का प्रकाश गुरपुरब है। सतगुरां जी दे प्रकाश गुरपुरब होने करके महाराज जी दे जीवन ते कथा होवेगी अते विशेष
ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਵੀ ਹੈ। ਐਤਵਾਰ ਨੂੰ ਆਪਾਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਕਥਾ ਸਰਵਣ ਕਰਾਂਗੇ। 2 ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਤੇ ਆਪਾਂ ਕਥਾ ਸਰਵਣ ਕਰਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅਵਤਾਰ ਗੁਰੂ ਕੀ ਵਡਾਲੀ ਨਗਰ ਹੈ। ਛੇਹਰਟਾ ਸਾਹਿਬ ਦੇ ਨਜ਼ਦੀਕ ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਗਮਨ ਹੋਇਆ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਜਿਵੇਂ ਮਾਤਾ ਗੰਗਾ ਜੀ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੈ, ਮਾਤਾ ਗੰਗਾ ਜੀ ਦਾ ਸੁਭਾਅ ਬਹੁਤ ਨਿਰਛਲ ਸੀ। ਜੇ ਕੋਈ ਮਨ ਦੇ ਅੰਦਰ ਸੰਕਲਪ ਹੁੰਦਾ, ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦੇ। ਜੋ ਗੌੜੀ 52 ਅੱਖਰੀ ਪਵਿੱਤਰ ਬਾਣੀ ਆਪਾਂ ਪੜ੍ਹਦੇ ਹਾਂ, ਇਹ ਜਿਸ ਵਕਤ ਮਾਤਾ ਗੰਗਾ ਜੀ ਤਰਨ ਤਾਰਨ ਸਾਹਿਬ ਤੋਂ ਦਰਸ਼ਨ ਕਰਦੇ ਹੋਏ ਵਾਪਸ ਅੰਮ੍ਰਿਤਸਰ ਸਾਹਿਬ ਨੂੰ ਪਰਤ ਰਹੇ ਸੀ, ਤੇ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਧਨੀ ਲੋਕ ਸੀ, ਰਹੀਸ਼ ਲੋਕ ਸਨ, ਉਹਨਾਂ ਦੀਆਂ ਇਸਤਰੀਆਂ ਵੀ ਨਾਲ ਸਨ। ਤੇ ਮਾਤਾ ਗੰਗਾ ਜੀ ਨੂੰ ਵੇਖ ਕੇ ਉਹ ਇਸਤਰੀਆਂ ਕਹਿਣ ਲੱਗੀਆਂ, ਵੇਖੋ ਤੁਸੀਂ ਗੁਰੂ ਕੇ ਆ ਤੇ ਕੋਈ ਸੋਨੇ ਦੇ ਗਹਿਣੇ ਨਹੀਂ ਪਾਏ। ਮਾਤਾ ਜੀ ਬਹੁਤ ਸਾਦਗੀ ਵਾਲਾ ਜੀਵਨ ਰੱਖਦੇ, ਬੜਾ ਸਾਦਾ ਲਿਬਾਸ ਹੁੰਦਾ। ਉਹਨਾਂ ਨੇ ਮਾਤਾ ਜੀ ਦੇ ਮਨ ਵਿੱਚ ਸੰਕਲਪ ਪਾਤਾ ਕਿ ਤੁਸੀਂ ਗੁਰੂ ਕੇ ਆ, ਤੁਹਾਨੂੰ ਸੋਹਣੇ ਜਿਹੜੇ ਸੁੰਦਰ ਗਹਿਣੇ ਆ, ਸੋਨੇ ਆਦਿਕ ਦੇ, ਉਹ ਪਹਿਰਨੇ ਚਾਹੀਦੇ ਆ, ਤਾਂ ਕਰਕੇ ਪਤਾ ਲੱਗੇ ਨਾ ਕਿ ਭਾਈ ਗੁਰੂ ਕੇ ਮਹਿਲ ਹਨ। ਬਾਹਰ ਜਿਵੇਂ ਦਿਖਾਵਾ ਹੁੰਦਾ ਹੈ। ਮਾਤਾ ਸਾਹਿਬ ਜੀ ਦੇ ਮਨ ਵਿੱਚ ਜਦੋਂ ਇਹ ਸੰਕਲਪ ਆਇਆ ਤੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਸਾਨੂੰ ਕਦੇ ਕੋਈ ਗਹਿਣੇ ਹੀ ਨਹੀਂ ਪਹਿਰਨ ਨੂੰ ਦਿੱਤੇ। ਮਹਾਰਾਜ ਕਹਿਣ ਲੱਗੇ, ਗੰਗਾ ਕੀ ਕਾਰਨ ਹੈ ਅੱਜ ਤੁਸੀਂ ਗਹਿਣੇ ਪਹਿਰਨ ਦੀ ਇੱਛਾ ਕੀਤੀ ਹੈ? ਮਹਾਰਾਜ ਜਿਹੜੇ ਅੰਮ੍ਰਿਤਸਰ ਸਾਹਿਬ ਦੀਆਂ ਇਸਤਰੀਆਂ ਨੇ, ਉਹ ਸਾਨੂੰ ਕਹਿੰਦੀਆਂ ਕਿ ਤੁਸੀਂ ਗੁਰੂ ਕੇ ਮਹਿਲ ਹੋ, ਤੇ ਤੁਹਾਡਾ ਪਤਾ ਕਿਵੇਂ ਲੱਗੇ? ਤੁਸੀਂ ਤਾਂ ਕੋਈ ਗਹਿਣੇ ਹੀ ਨਹੀਂ ਪਾਉਂਦੇ। ਸਤਿਗੁਰਾਂ ਜੀ ਨੇ ਸੰਕਲਪ ਆਇਆ ਜਾਣ ਕੇ ਕਿਹਾ, ਗੰਗਾ ਤੁਹਾਨੂੰ ਐਸਾ ਗਹਿਣਾ ਚਾਹੀਦਾ ਹੈ ਜਿਹੜਾ ਇਸ ਲੋਕ 'ਚ ਹੀ ਰਹਿ ਜਾਵੇ, ਕਿ ਜਾਂ ਇਹੋ ਜਿਹਾ ਗਹਿਣਾ ਚਾਹੀਦਾ ਜਿਹੜਾ ਇਸ ਲੋਕ ਵਿੱਚ ਵੀ ਨਿਭੇ ਤੇ ਪਰਲੋਕ 'ਚ ਵੀ ਨਾਲ ਨਿਭੇ? ਸਤਿਗੁਰਾਂ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਸਾਨੂੰ ਐਸਾ ਹੀ ਗਹਿਣਾ ਦਿਓ ਜਿਹੜਾ ਲੋਕ ਪਰਲੋਕ ਵਿੱਚ ਹੀ ਨਾਲ ਨਿਭੇ। ਫਿਰ ਸਤਿਗੁਰਾਂ ਜੀ ਨੇ ਗੌੜੀ 52 ਅੱਖਰੀ ਦੀ ਬਾਣੀ, ਜਿੱਥੇ ਕਾਂਸ਼ੀ ਤੋਂ ਪੰਡਤ ਆਏ ਸੀ, ਉਹਨਾਂ ਨੂੰ ਵੀ ਸਤਿਗੁਰਾਂ ਜੀ ਨੇ ਸਿੱਖਿਆ ਦਿੱਤੀ, ਤੇ ਮਾਤਾ ਗੰਗਾ ਜੀ ਦੇ ਪ੍ਰਥਾਏ ਮਹਾਰਾਜ ਜੀ ਨੇ ਹਜ਼ੂਰ ਨੇ ਬਾਣੀ ਉਚਾਰਨ ਕੀਤੀ। ਸਾਡਾ ਇਤਿਹਾਸ ਹੈ ਬਹੁਤ, ਜਿਨ੍ਹਾਂ ਸਿੱਖਾਂ ਦੇ ਅਮੀਰ ਵਿਰਸੇ ਹੋਏ ਹੈ, ਉਹਨਾਂ ਦੀਆਂ ਮਾਤਾਵਾਂ ਇਸ ਬਾਣੀ ਦਾ ਪਾਠ ਕਰਦੀਆਂ ਰਹੀਆਂ। ਪੰਥਵਾਲੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਚਪਨ ਸੀ, ਉਹ ਪੰਗੂੜਾ ਸਾਹਿਬ ਪਟਨਾ ਸਾਹਿਬ ਦੇ ਅੰਦਰ ਮੌਜੂਦ ਹੈ। ਮਾਤਾ ਗੁਜਰ ਕੌਰ ਜੀ ਹਜ਼ੂਰ ਨੂੰ ਇਸ਼ਨਾਨ ਕਰਾ ਕੇ ਉਸ ਪੰਗੂੜੇ ਵਿੱਚ ਸਜਾ ਦਿੰਦੇ, ਤੇ ਨਾਲੇ ਘਰ ਦਾ ਕੰਮਕਾਰ ਕਰਦੇ, ਨਾਲੇ ਆਪਣੇ ਕੰਠ ਤੋਂ ਬਾਣੀ ਪੜ੍ਹਦੇ। ਇਹ ਬਾਣੀ ਮਾਤਾ ਸਾਹਿਬ ਜੀ, ਮਾਤਾ ਗੁਜਰ ਕੌਰ ਜੀ ਆਪਣੇ ਮੁਖ ਤੋਂ ਪੜ੍ਹਿਆ ਕਰਦੇ ਸੀ। ਜਿੰਨੇ ਵੀ ਮਹਾਨ ਪੁਰਖ ਸਿੱਖ ਕੌਮ ਦੇ ਅੰਦਰ ਜਿਨ੍ਹਾਂ ਮਾਤਾਵਾਂ ਨੇ ਉਹਨਾਂ ਸੂਰਬੀਰਾਂ ਨੂੰ ਜਨਮ ਦਿੱਤਾ, ਉਹਨਾਂ ਦੀ ਆਪ ਦੇ ਜੀਵਨ ਦੀ ਅਵਸਥਾ ਬਾਣੀ ਨਾਲ ਰੰਗਰੇਜ਼ ਸੀ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਹ ਲੋਕ ਪਰਲੋਕ ਦਾ ਗਹਿਣਾ
ਵਿਸ਼ੇਸ਼ ਕਰਕੇ ਭਾਵੇਂ ਤਾਂ ਬਾਣੀ ਸਭ ਲਈ ਕਲਿਆਣਕਾਰੀ ਹੈ, ਪਰ ਇਸਤਰੀਆਂ ਲਈ ਮਹਾਰਾਜ ਜੀ ਨੇ ਵੱਡਾ ਸਿਰੋਪਾਓ ਇਹ ਬਖਸ਼ਿਸ਼ ਕੀਤਾ। ਮਾਤਾ ਗੰਗਾ ਜੀ ਕਦੇ ਚਿੱਤ ਵਿੱਚ ਕੋਈ ਸੰਸਾਰ ਦੇ ਪੱਖ ਦਾ ਖਿਆਲ ਨਾ ਰੱਖਦੇ। ਸਤਿਗੁਰੂ ਜੀ ਦੀ ਇੰਨੀ ਕਿਰਪਾ, ਸਦਾ ਸਤਸੰਗਤ ਦੀ ਸੇਵਾ ਵਿੱਚ, ਗੁਰੂ ਕੀਆਂ ਸੰਗਤਾਂ ਦੇ ਸਤਿਕਾਰ ਵਿੱਚ ਮਾਤਾ ਗੰਗਾ ਜੀ ਸਦਾ ਲੰਗਰ ਵਿੱਚ ਵਿਅਸਤ ਰਹਿੰਦੇ। ਜਦੋਂ ਹਜ਼ੂਰ ਦੇ ਅਵਤਾਰ ਧਾਰਨ ਦੇ ਵਾਸਤੇ ਮਾਤਾ ਜੀ ਦੇ ਮਨ ਵਿੱਚ ਸੰਕਲਪ ਆਉਂਦਾ ਹੈ, ਮਾਤਾ ਜੀ ਇਸ਼ਨਾਨ ਕਰ ਹਟੇ ਸਨ ਤੇ ਬੀਬੀ ਕਰਮੋਂ ਜੋ ਪਿਰਥੀ ਚੰਦ ਦੇ ਘਰੋਂ ਹੈ, ਉਹਦੇ ਤੇ ਕੁਝ ਜਲ ਦੇ ਛਿੱਟੇ ਪੈ ਗਏ। ਜਿਹਦਾ ਸੁਭਾਅ ਲੜਾਕਾ ਹੁੰਦਾ ਉਹ ਤਾਂ ਲੜਨ ਦਾ ਬਹਾਨਾ ਹੀ ਭਾਲਦਾ ਹੁੰਦਾ। ਬੀਬੀ ਕਰਮੋਂ ਨੇ ਉਸੇ ਸਮੇਂ ਬਹਾਨਾ ਜਿਹਾ ਬਣਾ ਕੇ ਤੇ ਕਬੋਲ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਇਹੋ ਜਿਹੇ ਭੈੜੇ ਬੋਲ ਕਹੇ ਜਿਹੜਾ ਹਿਰਦਾ ਹੀ ਵਿੰਨ੍ਹਿਆ ਜਾਵੇ। ਮਾਤਾ ਜੀ ਨੂੰ ਕਿਹਾ ਕਿ ਕੀ ਹੋਇਆ ਜੇ ਅੱਜ ਤੁਹਾਡੇ ਕੋਲ ਗੁਰਿਆਈ ਹੈ। ਮਾਤਾ ਜੀ ਨੂੰ ਤਾਨਾ ਮਾਰਦੀ ਹੋਈ ਨੇ ਕਿਹਾ, ਅੱਗੋਂ ਤੈਨੂੰ ਪੁੱਤ ਨਹੀਂ ਪ੍ਰਾਪਤ ਹੋਣਾ, ਬਾਂਝ ਹੀ ਇਸ ਸੰਸਾਰ ਤੋਂ ਜਾਣਾ ਹੈ, ਤੇ ਤੁਹਾਡਾ ਜਦੋਂ ਪੁੱਤ ਨਾ ਕੋਈ ਹੋਇਆ ਅੱਗੇ ਗੁਰਿਆਈ ਤਾਂ ਫਿਰ ਮੇਰੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ। ਐਸਾ ਸੰਕਲਪ ਜਦੋਂ ਮਨ ਵਿੱਚ ਆਇਆ, ਬਹੁਤ ਮਨ ਦੁਖੀ ਹੋਇਆ। ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਘਰ ਆਏ, ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਆਪ ਜੀ ਤੋਂ ਸਾਰੇ ਸਿੱਖ ਦਾਤਾਂ ਮੰਗਦੇ ਐ, ਆਪ ਸਭ ਦੀਆਂ ਝੋਲੀਆਂ ਭਰਦੇ ਹੋ, ਮਹਾਰਾਜ ਆਪਣੀ ਦਾਸੀ ਨੂੰ ਵੀ ਪੁੱਤਰ ਦੀ ਦਾਤ ਬਖਸ਼ੋ। ਸੱਚੇ ਪਾਤਸ਼ਾਹ ਨੇ ਜਾਚ ਸਿਖਾਉਣੀ ਸੀ। ਸਾਧ ਸੰਗਤ ਜੀ, ਜਦੋਂ ਆਪਾਂ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਉਹਨੂੰ ਨਾ ਸਮਝੀਏ, ਆਪਣੀ ਮੱਤ ਵਰਤ ਕੇ ਇਸ ਸਾਖੀ ਨੂੰ ਬਹੁਤ ਸਾਰਾ ਵਿਅੰਗ ਕੱਸਿਆ ਗਿਆ ਪਿਛਲੇ ਸਮਿਆਂ 'ਚ। ਅਖੇ ਜੀ ਬਾਬਾ ਬੁੱਢਾ ਸਾਹਿਬ ਕੋਲ ਜਾਣ ਦਾ ਜਿਹੜਾ ਇਹ ਸਾਖੀ ਇਤਿਹਾਸ ਹੈ, ਇਹ ਗੁਰੂ ਸਾਹਿਬ ਦੀ ਨਰਾਦਰੀ ਹੈ, ਨਰਾਦਰੀ ਨਹੀਂ ਹੈ, ਸੱਚੇ ਪਾਤਸ਼ਾਹ ਦੀ ਵੱਡੀ ਵਡਿਆਈ ਹੈ। ਪਰ ਉਹਨਾਂ ਨੂੰ ਇਸ ਗੱਲ ਦੇ ਅੰਦਰ ਭੇਦ ਨਹੀਂ ਦਿਖਾਈ ਦਿੰਦਾ, ਗੁਰੂ ਘਰ ਦੀ ਰਵਾਇਤ ਨਹੀਂ ਦਿਖਾਈ ਦਿੰਦੀ। ਸਤਿਗੁਰਾਂ ਜੀ ਨੇ ਜੇ ਮਹਾਰਾਜ ਦੇ ਕੋਲ ਸਭ ਜੀਆਂ ਨੂੰ ਦਾਤਾਂ ਮਿਲਦੀਆਂ, ਕਿ ਆਪਣੇ ਘਰ ਨਹੀਂ ਮਹਾਰਾਜ ਬਖਸ਼ਿਸ਼ ਕਰ ਸਕਦੇ? ਕਰ ਸਕਦੇ ਸੀ, ਪਰ ਹਜ਼ੂਰ ਨੇ ਨਿਮਰਤਾ ਦੀ ਜਾਚ ਸਿਖਾਉਣੀ ਸੀ ਮਾਤਾ ਗੰਗਾ ਜੀ ਨੂੰ। ਤੇ ਸਾਖੀ ਇਹੀ ਸਾਨੂੰ ਦੱਸਦੀ ਹੈ ਕਿ ਗੁਰੂ ਘਰੋਂ ਦਾਤ ਮਿਲਦੀ ਹੈ ਤੇ ਉਹ ਨਿਮਰਤਾ ਧਾਰ ਕੇ ਮਿਲਦੀ ਹੈ, ਚਾਹੇ ਗੁਰੂ ਕੇ ਮਹਿਲ ਕਿਉਂ ਨਾ ਹੋਣ। ਇਹ ਮਹਾਰਾਜ ਜੀ ਨੇ ਸਿੱਖਿਆ ਸਿਖਾਈ। ਹਜ਼ੂਰ ਨੂੰ ਜਦੋਂ ਇਉਂ ਬੇਨਤੀ ਕੀਤੀ, ਮਾਤਾ ਜੀ ਦਾ ਇਉਂ ਦਰਵਿਆ ਹੋਇਆ ਹਿਰਦਾ ਵੇਖ ਕੇ ਮਹਾਰਾਜ ਕਹਿੰਦੇ, ਗੰਗਾ ਐਡੀ ਵੱਡੀ ਦਾਤ ਤਾਂ ਫਿਰ ਗੁਰੂ ਨਾਨਕ ਸਾਹਿਬ ਦਾ ਕੋਈ ਸੇਵਕ ਹੀ ਕਰ ਸਕਦਾ। ਤਾਂ ਉਹ ਨੇ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਉਹਨਾਂ ਦੇ ਸੇਵਾ ਵਿੱਚ ਜਾਓ, ਬਾਬਾ ਬੁੱਢਾ ਸਾਹਿਬ ਪ੍ਰਸੰਨ ਹੋਣਗੇ। ਤੇ ਆਪਣੇ ਮੁਖ ਤੋਂ ਬਚਨ ਕਹਿ ਦਿੱਤਾ ਨਾ, ਉਹਨਾਂ ਦਾ ਬਚਨ ਕੋਈ ਤਿੰਨਾਂ ਲੋਕਾਂ 'ਚ ਨਹੀਂ ਫੇਰ ਸਕਦਾ। ਐਡੀ ਵਡਿਆਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਨੂੰ ਦਿੰਦੇ ਆ। ਤੇ ਮਾਤਾ ਗੰਗਾ ਜੀ ਦਾ ਜਾਣਾ ਕਿਵੇਂ ਗਏ ਸੀ? ਗੁਰੂ ਮਹਾਰਾਜ ਸਾਹਿਬ ਦੀ ਅਸਵਾਰੀ ਦਾ ਨਾ ਰੱਥ ਹੁੰਦਾ ਸੀਗਾ, ਉਸ ਰੱਥ ਦੇ ਉੱਤੇ ਵੱਖਰਾ ਨਿਸ਼ਾਨ ਝੂਲਦਾ ਹੁੰਦਾ ਸੀ। ਉਸ ਅਸਵਾਰੀ ਤੋਂ ਪਤਾ ਲੱਗ ਜਾਂਦਾ ਸੀ ਦੂਰੋਂ ਸਿੱਖਾਂ ਨੂੰ ਕਿ ਹਜ਼ੂਰ ਦੀ ਅਸਵਾਰੀ ਆਪਣੀ ਆ ਰਹੀ। ਮਾਤਾ ਗੰਗਾ ਜੀ ਹੁਣ ਗੁਰੂ ਕੇ ਮਹਿਲ ਨੇ, ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਨੇ, ਤੇ ਉਸੇ ਰੱਥ ਤੇ ਅਸਵਾਰ ਹੋ ਕਰਕੇ ਚੱਲੇ ਐ। ਬੜੀ ਸ਼ਰਧਾ ਨਾਲ ਜਦੋਂ ਬੀੜ ਸਾਹਿਬ, ਜਿੱਥੇ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ,
ਬੀੜ ਜੰਗਲ ਦੀ ਝਿੜੀ ਨੂੰ ਕਹਿੰਦੇ ਹੁੰਦੇ ਸੀ। ਇੱਥੇ ਗੁਰੂ ਘਰ ਦੇ ਜਿੰਨੇ ਕੋਈ ਘੋੜੇ, ਮੱਝਾਂ, ਗਾਵਾਂ, ਖੇਤੀ ਦੀ ਸੰਭਾਲ ਬਾਬਾ ਬੁੱਢਾ ਸਾਹਿਬ ਜੀ ਕਰਿਆ ਕਰਦੇ। ਜਦੋਂ ਰੱਥਾਂ ਦੀ ਆਵਾਜ਼ ਜਿਹੜੀ ਸੀ ਬਾਬਾ ਜੀ ਦੇ ਕੰਨਾਂ ਵਿੱਚ ਪਈ, ਧੂੜ ਉੱਡਦੀ ਵੇਖੀ, ਸੇਵਕ ਨੂੰ ਪੁੱਛਿਆ ਕਿ ਕੌਣ ਆ ਰਿਹਾ ਹੈ। ਕੋਲ ਖਲੋਤੇ ਸਿੱਖ ਨੇ ਕਿਹਾ ਕਿ ਧਵਜ ਵੇਖ ਕੇ, ਨਿਸ਼ਾਨ ਵੇਖ ਕੇ ਕਿਹਾ ਕਿ ਗੁਰੂ ਕੇ ਮਹਿਲ ਆ ਰਹੇ। ਬਾਬਾ ਬੁੱਢਾ ਸਾਹਿਬ ਜੀ ਦੇ ਮੁਖ ਤੋਂ ਬਚਨ ਨਿਕਲਿਆ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ। ਇਹ ਆਪਾਂ ਪ੍ਰਚਲਿਤ ਬਚਨ ਸੁਣਦੇ ਹਾਂ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ, ਕਿਉਂਕਿ ਧੂੜ ਉੱਡ ਰਹੀ ਸੀ, ਹੱਥ ਜਿਹੜੇ ਰੱਥ ਸੀ ਉਹ ਭੱਜ ਰਹੇ ਸੀ। ਜਦੋਂ ਬਾਬਾ ਬੁੱਢਾ ਸਾਹਿਬ ਨੇ ਇਹ ਬੋਲ ਕਹੇ ਨਾ, ਇਤਿਹਾਸ ਜ਼ਿਕਰ ਕਰਦਾ ਹੈ ਕਿ ਇੱਕ ਸਿੱਖ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਤੁਸੀਂ ਗੁਰੂ ਕਿਆਂ ਨੂੰ ਵੀ ਨਹੀਂ ਬਖਸ਼ਿਆ। ਜੱਟਾਂ ਵਾਲੀ ਗੱਲ ਮਾਰ ਦਿੱਤੀ ਸਿੱਧੀ। ਗੁਰੂ ਕੇ ਮਹਿਲ ਨੇ ਏਡਾ ਬਚਨ ਕਹਿਤਾ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਕਿਆਂ ਨਾਲ ਸਾਡੀ ਸਿੱਧੀ ਗੱਲ ਹੈ, ਤੂੰ ਸੂਰ ਵਾਂਗੂ ਘੁਰ ਘੁਰ ਕਿਉਂ ਕਰਦਾ। ਉਹਨੂੰ ਇਹ ਬੋਲ ਕਹੇ। ਇੰਨੇ ਚਿਰ ਨੂੰ ਮਾਤਾ ਜੀ ਆ ਗਏ। ਜਦੋਂ ਮਾਤਾ ਸਾਹਿਬ ਨੇ ਆ ਕੇ ਅੱਗੇ ਭੇਟ ਰੱਖੀ, ਨਮਸਕਾਰ ਕੀਤੀ, ਆਪਣੇ ਆਉਣ ਦਾ ਕਾਰਨ ਬੇਨਤੀ ਕੀਤੀ। ਤੇ ਬਾਬਾ ਬੁੱਢਾ ਸਾਹਿਬ ਨੇ ਕੀ ਆਖਿਆ? ਕਹਿੰਦੇ ਨੇ ਮਾਤਾ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਨੇ। ਮੈਂ ਮੰਗਤਾ ਤੁਹਾਨੂੰ ਕੀ ਦੇ ਸਕਦਾ, ਮੈਂ ਤਾਂ ਸਤਿਗੁਰੂ ਦੇ ਦਰ ਦਾ ਆਪ ਮੰਗਤਾ ਹਾਂ। ਕੋਲੋਂ ਸਿੱਖਾਂ ਨੇ ਦੱਸ ਦਿੱਤਾ, ਮਾਤਾ ਜੀ ਜਦੋਂ ਤੁਸੀਂ ਆਉਂਦੇ ਸੀ ਤੁਹਾਡੇ ਰੱਥ ਦੀ ਉੱਡਦੀ ਧੂੜ ਵੇਖ ਕੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ। ਬੜਾ ਚਿੱਤ ਜਿਹੜਾ ਸੀ ਉਹ ਸਗੋਂ ਵਹਿਣ ਵਿੱਚ ਵਹਿ ਗਿਆ। ਬਹੁਤ ਬੇਨਤੀਆਂ ਕੀਤੀਆਂ, ਪਰ ਬਾਬਾ ਬੁੱਢਾ ਸਾਹਿਬ ਨੇ ਕਿਹਾ ਕਿ ਅਸੀਂ ਤਾਂ ਮਹਾਰਾਜ ਦੇ ਦਰ ਦੇ ਸੇਵਾਦਾਰ ਹਾਂ, ਅਸੀਂ ਕੀ ਦੇ ਸਕਦੇ ਹਾਂ। ਮਾਤਾ ਜੀ ਨਿਰਾਸ਼ ਪਰਤੇ ਘਰ ਨੂੰ। ਜਦੋਂ ਫਿਰ ਮਹਾਰਾਜ ਸਤਿਗੁਰੂ ਜੀ ਮਹਿਲਾਂ ਵਿੱਚ ਆਏ, ਮਾਤਾ ਜੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਸਾਡੀ ਝੋਲੀ ਤਾਂ ਖਾਲੀ ਰਹਿ ਗਈ। ਮਹਾਰਾਜ ਅਸੀਂ ਤਾਂ ਵਰ ਲੈਣ ਗਏ ਸੀ, ਸਗੋਂ ਸਰਾਪ ਲੈ ਆਏ ਹਾਂ। ਮਹਾਰਾਜ ਕਹਿੰਦੇ ਕੀ ਕਾਰਨ ਹੋਇਆ? ਕਿਹਾ ਕਿ ਬਾਬਾ ਬੁੱਢਾ ਸਾਹਿਬ ਨੇ ਕਿਹਾ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ। ਹਜੂਰ ਕਹਿੰਦੇ ਗੰਗਾ ਇਹ ਤਾਂ ਬਾਬਾ ਬੁੱਢਾ ਸਾਹਿਬ ਦਾ ਬਚਨ ਕੋਈ ਹਟਾ ਨਹੀਂ ਸਕਦਾ, ਭਾਜੜਾਂ ਤਾਂ ਸਾਨੂੰ ਪੈਣਗੀਆਂ। ਉਹ ਭਾਜੜਾਂ ਵਾਲਾ ਬਚਨ ਵੀ ਸੱਤ ਹੋਇਆ, ਕਿਉਂਕਿ ਜਦੋਂ ਪਿਰਥੀ ਚੰਦ ਈਰਖਾ ਕਰਦਾ ਸੀ ਨਾ, ਸੁਲਹੀ ਖਾਨ ਚੜਾ ਲਿਆਂਦਾ ਸੀ, ਤਾਂ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਛੱਡ ਦਿੱਤਾ ਸੀ। ਗਰੀਬ ਨਵਾਜ ਨੇ ਕਿਹਾ ਸੀ ਬਾਬਾ ਬੁੱਢਾ ਸਾਹਿਬ ਦੇ ਵਾਕ ਸੱਤ ਹੋਣੇ ਹੈ, ਤੇ ਮਹਾਰਾਜ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਜਿੱਥੇ ਅੱਜ ਗੁਰੂ ਕੀ ਵਡਾਲੀ ਅਸਥਾਨ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਧਾਰਨ ਅਸਥਾਨ, ਇੱਥੇ ਮਹਾਰਾਜ ਆ ਕੇ ਸਤਿਗੁਰਾਂ ਜੀ ਨੇ ਬਸੇਰਾ ਕੀਤਾ। ਇੱਥੋਂ ਦੇ ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ ਪਾਣੀ ਦੀ ਭਾਰੀ ਕਮੀ ਹੈ। ਸਤਿਗੁਰਾਂ ਜੀ ਨੇ 6 ਹਲਟਾ ਖੂਹ ਲਵਾਇਆ ਉੱਥੇ, ਫਿਰ ਜਿਹਦੇ ਵਿੱਚ 6 ਹਲਟਾਂ ਇਕੱਠੀਆਂ ਚੱਲਦੀਆਂ ਸੀ। ਏਡਾ ਵੱਡਾ ਖੂਹ ਲਵਾਇਆ ਮਹਾਰਾਜ ਜੀ ਨੇ, ਅੱਜ ਵੀ ਮੌਜੂਦ ਹੈ। ਤੇ ਉਹਦਾ ਨਾਮ 6 ਹਲਟਾ ਤੋਂ ਬਦਲ ਕੇ ਛਿਆਟਾ ਸਾਹਿਬ ਪ੍ਰਸਿੱਧ ਹੋਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪੁੱਛਿਆ ਕਿ ਗੰਗਾ ਤੁਸੀਂ ਗਏ ਕਿਵੇਂ ਸੀ? ਕਿਉਂਕਿ ਬਾਬਾ ਬੁੱਢਾ ਸਾਹਿਬ ਦੇ ਦਰ ਤੋਂ ਤਾਂ ਖਾਲੀ ਕੋਈ ਨਹੀਂ ਮੁੜਦਾ, ਤੁਸੀਂ ਕਿਵੇਂ ਖਾਲੀ ਮੁੜ ਆਏ? ਮਹਾਰਾਜ ਨੇ ਪੁੱਛਿਆ ਕਿਵੇਂ ਗਏ ਸੀ? ਆਖਿਆ ਮਹਾਰਾਜ ਰੱਥ ਤੇ ਸਵਾਰ ਹੋ ਕੇ ਗਏ ਸਾਂ, ਭੇਟਾ ਰੱਖ ਕੇ ਨਮਸਕਾਰ ਕੀਤੀ ਸੀ। ਸਤਿਗੁਰੂ ਜੀ ਕਹਿੰਦੇ ਜਦੋਂ ਮੰਗਣ ਵਾਸਤੇ ਜਾਈਏ ਨਾ ਗੰਗਾ, ਉਦੋਂ ਗੁਰੂ ਕੇ ਮਹਿਲ ਨਾ ਬਣ ਕੇ ਜਾਓ। ਆਪਣੇ ਮਨ ਵਿੱਚ ਇਹ ਨਾ ਲੈ ਕੇ ਜਾਓ ਕਿ ਤੁਸੀਂ ਸਾਡੇ ਮਹਿਲ ਹੋ। ਜਿਵੇਂ ਸਿੱਖ ਹੁੰਦਾ ਨਿਮਾਣਾ ਬਣ ਕੇ ਦਾਤ ਮੰਗਦਾ, ਐਵੇਂ ਬਾਬਾ ਬੁੱਢਾ ਸਾਹਿਬ ਕੋ ਨਿਮਾਣੇ ਹੋ ਕੇ ਦਾਤ ਮੰਗੋ।
ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਸਤਿਗੁਰੂ ਨਿਮਰਤਾ ਸਿਖਾਉਂਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ, ਬਾਣੀ ਦਾ ਜਾਪ ਕਰਦਿਆਂ ਹੋਇਆ ਆਟਾ ਗੁੰਨੋ, ਬਾਣੀ ਦਾ ਜਾਪ ਕਰਦਿਆਂ ਹੋਇਆ ਲੱਸੀ ਤਿਆਰ ਕਰੋ। ਸਤਿਗੁਰਾਂ ਜੀ ਨੇ ਜਦੋਂ ਇਉਂ ਵਿਧੀ ਦੱਸੀ ਤੇ ਇਹ ਸਾਧ ਸੰਗਤ ਜੀ ਇਤਿਹਾਸ ਤੇ ਕਟਾਖਸ਼ੇ ਕਰਦੇ ਸੀ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਅਖੇ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਦਾਤ ਮੰਗਣ ਮਾਤਾ ਜੀ ਨੂੰ ਜਿਹੜਾ ਜਾਣ ਦਾ ਇਤਿਹਾਸ ਸੁਣਾਉਣਾ ਹੈ, ਇਹ ਗੁਰੂ ਸਾਹਿਬ ਦੀ ਨਰਾਦਰੀ ਹੈ। ਨਰਾਦਰੀ ਨਹੀਂ, ਇਹ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਹੈ ਕਿ ਮਹਾਰਾਜ ਨੇ ਆਪਣੇ ਮਹਿਲਾਂ ਨੂੰ ਵੀ ਜਾਚ ਦੱਸੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰੋਂ ਜੇ ਦਾਤ ਮਿਲਦੀ ਹੈ ਤੇ ਨੀਵੇਂ ਹੋ ਕੇ ਮਿਲਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਦੋਂ ਬਾਬਾ ਮਹਾਦੇਵ ਜੀ ਨੇ ਆ ਕੇ ਕਿਹਾ ਸੀ, ਜੋ ਬੋਲ ਮਹਾਰਾਜ ਬਾਣੀ ਵਿੱਚ ਕਹਿੰਦੇ ਹੈ, ਜਦੋਂ ਬਾਬਾ ਮਹਾਦੇਵ ਜੀ ਨੂੰ ਸੋਝੀ ਆਈ ਕਿ ਭੁੱਲ ਹੋ ਗਈ ਸਾਥੋਂ, ਤਾਂ ਜਦੋਂ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਆਪ ਗੁਰਿਆਈ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਹੈ ਤੇ ਅਸੀਂ ਕੌਣ ਹਟਾਉਣ ਵਾਲੇ ਗੁਰੂ ਅਰਜਨ ਸਾਹਿਬ ਦੀ ਗੁਰਿਆਈ ਨੂੰ? ਸਾਨੂੰ ਝੁਕ ਜਾਣਾ ਚਾਹੀਦਾ। ਮਹਾਰਾਜਾ ਕੋਲ ਆ ਕੇ ਜਦੋਂ ਬੇਨਤੀ ਕੀਤੀ ਤੇ ਫਿਰ ਇਹ ਕਿਹਾ ਸੀ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਮਹਾਰਾਜ ਨੂੰ ਕਿਹਾ, ਮਹਾਰਾਜ ਸਾਡੇ ਇੱਕੋ ਪਿਤਾ ਗੁਰੂ ਰਾਮਦਾਸ ਸਾਹਿਬ ਹਨ, ਆਪ ਕਿਰਪਾ ਕਰਕੇ ਮੈਨੂੰ ਬਖਸ਼ ਲਓ। ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਸਿੱਖੀ ਪਦ ਬਖਸ਼ੋ। ਤੇ ਹਜੂਰ ਨੇ ਕਿਹਾ ਸੀ, ਬਾਬਾ ਮਹਾਦੇਵ ਜੀ ਮਾਣ ਨਾ ਕੀਜੈ, ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਮਾਣ ਨਾ ਕਰੋ ਕਿ ਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਹਾਂ। ਇੱਥੇ ਤਾਂ ਸਿੱਖੀ ਪ੍ਰਵਾਨ ਚੜ੍ਹਦੀ ਹੈ। ਸ਼ਰਨ ਪੈ ਜੋ ਸੰਗਤ ਦੀ, ਸ਼ਰਨ ਪੈ ਜੋ ਸਿੱਖਾਂ ਦੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਵਿੱਚ ਵਸਦੇ ਆ। ਇਹ ਜਾਚ ਸਿਖਾਈ ਹੈ ਮਹਾਰਾਜ ਜੀ ਨੇ। ਤੇ ਜੇ ਗੁਰੂ ਕੇ ਮਹਿਲਾਂ ਨੂੰ ਨਿਮਰਤਾ ਧਾਰਨੀ ਪੈਂਦੀ ਹੈ ਤੇ ਫਿਰ ਹੋਰ ਤਾਂ ਕੌਣ ਹੈ ਜਿਹੜਾ ਕਹੇ ਕਿ ਮੈਂ ਆਪਣੇ ਹਉਮੈ ਵੀ ਨਾ ਛੱਡਾਂ ਤੇ ਦਾਤ ਵੀ ਮਿਲ ਜਾਵੇ? ਇਹ ਕਿਵੇਂ ਹੋ ਸਕਦਾ? ਗੁਰੂ ਸਾਹਿਬ ਦੇ ਘਰ ਦਾ ਦਸਤੂਰ ਹੈ, ਜਦੋਂ ਨਿਮਰਤਾ ਵਿੱਚ ਆ ਕਰਕੇ ਮੰਗੀਏ, ਕਦੇ ਵੀ ਇਹ ਨਹੀਂ ਕਿ ਦਾਤ ਨਾ ਮਿਲੇ। ਅਵਸ਼ ਬਰ ਅਵਸ਼ ਦਾਤ ਬਖਸ਼ਿਸ਼ ਪ੍ਰਾਪਤ ਹੁੰਦੀ। ਮਾਤਾ ਗੰਗਾ ਜੀ ਨੇ ਆਪਣੇ ਹੱਥੀਂ ਪ੍ਰਸ਼ਾਦੇ ਤਿਆਰ ਕੀਤੇ, ਆਪ ਲੱਸੀ ਬਣਾਈ ਅਤੇ ਦੂਸਰੇ ਦਿਨ ਫਿਰ ਰੱਥ ਨਹੀਂ ਲਿਆ, ਪੈਰਾਂ 'ਚ ਜੋੜਾ ਵੀ ਨਹੀਂ ਪਾਇਆ, ਨਿਮਰਤਾ ਧਾਰ ਲਈ। ਸਿਰ ਦੇ ਉੱਤੇ ਆਪ ਪ੍ਰਸ਼ਾਦਿਆਂ ਦੀ ਗੰਢ ਚੱਕ ਲਈ, ਇੱਕ ਦਾਸੀ ਨਾਲ ਲਈ ਹੈ, ਉਹਨ ਚਾਟੀ ਭਰੀ ਹੋਈ ਲੱਸੀ ਦੀ ਸਿਰ ਤੇ ਉਠਾ ਲਈ। ਤੁਰਦਿਆਂ ਤੁਰਦਿਆਂ ਮਾਤਾ ਜੀ ਨੂੰ ਸਿਖਰਾਂ ਹੋ ਗਈਆਂ ਦੁਪਹਿਰ। ਸੂਰਜ ਜਿਹੜਾ ਸੀ ਉਹ ਅੱਧ ਵਿੱਚ ਆ ਗਿਆ, ਕਿਉਂਕਿ ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਹੈ। ਤੁਰਦਿਆਂ ਤੁਰਦਿਆਂ ਸੂਰਜ ਮਧਿਆਨ ਵਿੱਚ ਆ ਗਿਆ ਸੀਗਾ। ਗਰਮੀ ਹੋ ਰਹੀ ਸੀ। ਮਾਤਾ ਜੀ ਨੰਗੇ ਚਰਨੀ ਚੱਲਦੇ ਹੋਏ ਗਏ। ਅੱਜ ਦੇ ਦਿਨ ਗਰਮੀ ਦੀ ਰੁੱਤ, ਜਦੋਂ ਸਤਿਗੁਰਾਂ ਜੀ ਦੇ ਪ੍ਰਕਾਸ਼ ਧਾਰਨ ਦਾ ਸਮਾਂ ਆਉਂਦਾ ਹੈ, ਸਾਧ ਸੰਗਤ ਜੀ, ਜਦੋਂ ਮਾਤਾ ਗੰਗਾ ਜੀ ਜਿਹਦੇ ਆਉਣ ਦਾ ਪਤਾ ਲੱਗਾ ਨਾ ਬਾਬਾ ਬੁੱਢਾ ਸਾਹਿਬ ਜੀ ਨੂੰ, ਤੇ ਵੇਖਿਆ ਕਿ ਮਾਤਾ ਜੀ ਆਪ ਹੀ ਸਿਰ ਤੇ ਪ੍ਰਸ਼ਾਦਿਆਂ ਦੀ ਗੰਢ ਚੱਕੀ ਹੋਈ ਹੈ, ਪੈਰੀਂ ਜੋੜਾ ਵੀ ਨਹੀਂ ਪਾਇਆ। ਬਾਬਾ ਬੁੱਢਾ ਸਾਹਿਬ ਜੀ ਬੜੀ ਕਾਹਲੀ ਨਾਲ ਚੱਲਦੇ ਹੋਏ ਅੱਗੋਂ ਆਂਢੀ ਆਏ ਹੈ। ਮਾਤਾ ਜੀ ਦੇ ਸੀਸ ਤੋਂ ਪ੍ਰਸ਼ਾਦਿਆਂ ਦੀ ਗੰਢ ਉਤਾਰੀ ਹੈ। ਸੇਵਾਦਾਰਾਂ ਨੇ ਉਹ ਲੱਸੀ ਦੀ ਭਰੀ ਹੋਈ ਚਾਟੀ ਉਠਾ ਲਈ, ਆਪਣੇ ਆਸਣ ਤੇ ਆ ਗਏ। ਭੁੱਖ ਬਹੁਤ ਲੱਗੀ ਹੋਈ ਸੀ ਬਾਬਾ ਬੁੱਢਾ ਸਾਹਿਬ ਨੂੰ, ਖੇਤਾਂ 'ਚ ਕੰਮ ਕਰਦੇ ਪਏ ਸੀ। ਤੇ ਸੁਭਾਵਿਕ ਹੀ ਕਿਹਾ ਕਿ ਮਾਤਾ ਜੀ, ਜਿਵੇਂ ਮਾਂ ਨੂੰ ਪੁੱਤ ਦਾ ਖਿਆਲ ਹੁੰਦਾ, ਤੁਹਾਨੂੰ ਸਾਡੀ ਚਿੰਤਾ ਸੀ, ਸਾਨੂੰ ਤਾਂ ਬੜੀ ਭੁੱਖ ਲੱਗੀ ਸੀ, ਤੁਸੀਂ ਪ੍ਰਸ਼ਾਦਾ ਲੈ ਕੇ ਆਏ ਆ। ਮਾਤਾ ਜੀ ਦਾ ਸੀਸ ਸ਼ਰਧਾ ਨਾਲ ਝੁਕਿਆ ਹੋਇਆ ਹੈ। ਬਾਬਾ ਬੁੱਢਾ ਸਾਹਿਬ ਜੀ ਸਾਹਮਣੇ ਬੈਠੇ ਪ੍ਰਸ਼ਾਦੇ ਆਪਣੇ ਹੱਥਾਂ ਤੇ ਲੈ ਲਏ ਹੈ। ਤੇ ਮਾਤਾ ਸਾਹਿਬ ਨੇ ਬੜੇ ਪਿਆਰ ਨਾਲ ਫਿਰ ਸਨਿਮਰ ਬੇਨਤੀ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਮੇਰੀ ਝੋਲੀ ਪੁੱਤਰ ਦੀ ਦਾਤ ਪਾਓ। ਬਾਬਾ ਬੁੱਢਾ ਸਾਹਿਬ ਜੀ ਨੇ ਇਤਿਹਾਸ ਜ਼ਿਕਰ ਕਰਦਾ ਹੈ, ਗੰਢਾ ਸੀ
ਉਹਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਜਦੋਂ ਘੁੱਟਿਆ ਨਾ ਉਸ ਨੂੰ, ਉਹਦੇ ਵਿੱਚੋਂ ਇੱਕ ਤੁਰੀ ਨਿਕਲ ਕੇ ਬਹੁਤ ਦੂਰ ਜਾ ਕੇ ਡਿੱਗੀ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਜਦੋਂ ਰਸਨਾ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਧਾਰਨ ਲਈ ਵਰਦਾਨ ਦੇਣ ਵਾਸਤੇ ਖੁੱਲਣ ਲੱਗੀ ਨਾ, ਆਕਾਸ਼ ਵਿੱਚ ਇੱਕਦਮ ਬੱਦਲ ਜਿਹੜਾ ਸੀ ਉਹ ਚੜ੍ਹ ਆਇਆ। ਬੱਦਲ ਦੀ ਗੜਗਾਹਟ ਹੋਈ, ਆਕਾਸ਼ ਵਿੱਚ ਬਿਜਲੀ ਲਿਸ਼ਕੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਐਸੇ ਸ਼ਗਨ ਵੇਖ ਕੇ ਕਿਹਾ, ਮਾਤਾ ਜੀ ਆਪ ਦੀ ਕੁੱਖ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ 6ਵੇਂ ਸਰੂਪ ਦਾ ਅਵਤਾਰ ਹੋਵੇਗਾ। ਐਡਾ ਵੱਡਾ ਵਰਦਾਨ ਦਿੱਤਾ, ਬਖਸ਼ਿਸ਼ ਦੇ ਬਚਨ ਕਹੇ ਕਿ ਜਿਵੇਂ ਆ ਗੰਢੇ ਦੀ ਤੁਰੀ ਅਸੀਂ ਹੱਥਾਂ ਨਾਲ ਨੱਪ ਕੇ ਆਓ ਕੱਢ ਕੇ ਸਿੱਟ ਦਿੱਤੀ ਹੈ, ਇਸ ਤਰ੍ਹਾਂ ਜ਼ਾਲਮਾਂ ਦੇ ਸਿਰ ਵੱਢ ਵੱਢ ਕੇ ਸੁੱਟ ਦੇਵੇਗਾ। ਧਰਮ ਨੂੰ ਸਥਾਪਿਤ ਕਰ ਦੇਣਗੇ, ਬਹੁਤ ਬਲੀ ਬਹਾਦਰ ਹੋਣਗੇ। ਐਡੇ ਵਰਦਾਨ ਦਿੱਤੇ। ਮਾਤਾ ਜੀ ਦਾ ਹਿਰਦਾ ਸ਼ਰਧਾ ਨਾਲ ਝੁਕ ਗਿਆ, ਝੋਲੀ ਭਰ ਗਈ, ਮਨ ਖੀਵਾ ਹੋ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਐਡੇ ਵਰਦਾਨ ਦੇ ਬੋਲ ਕਹੇ। ਜਦੋਂ ਬਖਸ਼ਿਸ਼ ਭਰੇ ਬੋਲ ਲੈ ਕਰਕੇ ਉੱਥੋਂ ਤੁਰੇ ਆ, ਜਿਹੜੇ ਸਿੱਖ ਨੇ ਪਹਿਲੇ ਦਿਨ ਕਿਹਾ ਸੀ ਨਾ ਕਿ ਉਹ ਗੁਰੂ ਕਿਆਂ ਨਾਲ ਵੀ ਤੁਸੀਂ ਆਹ ਗੱਲ ਕਰ ਦਿੱਤੀ, ਕਿਉਂਕਿ ਬਾਬਾ ਬੁੱਢਾ ਸਾਹਿਬ ਤਾਂ ਬ੍ਰਹਮ ਗਿਆਨੀ ਨੇ, ਤ੍ਰੈਕਾਲ ਦਰਸ਼ੀ ਨੇ। ਉਹਨਾਂ ਨੂੰ ਪਤਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਕਿਉਂ ਸਾਡੇ ਕੋਲ ਭੇਜਿਆ, ਤੇ ਇਹ ਵੀ ਪਤਾ ਹੈ ਕਿ ਮਾਤਾ ਜੀ ਕੱਲ੍ਹ ਨੂੰ ਫੇਰ ਆਉਣਗੇ ਸਤਿਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ। ਤੇ ਸਾਡੀ ਰਸਨਾ ਤੋਂ ਮਹਾਰਾਜ ਜੀ ਨੇ ਆਪਣੇ 6ਵੇਂ ਸਰੂਪ ਦੇ ਅਵਤਾਰ ਹੋਣ ਦਾ ਵਰ ਜਿਹੜਾ ਉਹ ਬਚਨ ਕਢਾਉਣੇ ਆ। ਸਿੱਖ ਨੇ ਕਿਹਾ, ਬਾਬਾ ਬੁੱਢਾ ਸਾਹਿਬ ਦੇ ਅੱਗੇ ਹੱਥ ਜੋੜ ਲਏ, ਬਾਬਾ ਬੁੱਢਾ ਸਾਹਿਬ ਜੀ ਮੇਰਾ ਸੂਰ ਬਣੇ ਦਾ ਹੁਣ ਕਿਵੇਂ ਭਲਾ ਹੋਵੇਗਾ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਮਾਤਾ ਜੀ ਦੀ ਕੁੱਖ ਤੋਂ ਜਿਨ੍ਹਾਂ ਸਤਿਗੁਰਾਂ ਦਾ ਅਵਤਾਰ ਹੋਵੇਗਾ ਨਾ, ਉਹ ਜਦੋਂ ਭਰ ਜਵਾਨੀ 'ਚ ਹੋਣਗੇ, ਜਦੋਂ ਮੁਗਲ ਸਲਤਨਤ ਨੂੰ ਲੋਹੇ ਦੇ ਚਣੇ ਚਬਾ ਦੇਣਗੇ, ਇੱਥੇ ਇੱਕ ਦਿਨ ਦੁਪਹਿਰ ਆ ਕੇ ਦੀਵਾਨ ਸਜਾਉਣਗੇ ਤੇ ਤੂੰ ਸੂਰ ਬਣਿਆ ਜੰਗਲ ਵਿੱਚ ਅੱਗੇ ਭੱਜੇਗਾ, ਫਿਰ ਆਪਣੇ ਹੱਥੀਂ ਤੈਨੂੰ ਉਹ ਮਾਰਨਗੇ ਤੇ ਤੇਰੀ ਕਲਿਆਣ ਹੋਵੇਗੀ। ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਉਸ ਸਿੱਖ ਸੂਰ ਬਣੇ ਦਾ ਉਧਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੀਤਾ। ਜਦੋਂ ਸਤਿਗੁਰੂ ਜੀ ਦੇ ਅਵਤਾਰ ਧਾਰਨ ਦਾ ਵਰ ਲੈ ਕੇ ਮਾਤਾ ਜੀ ਆਏ, ਫਿਰ ਇਹ ਸੁਲਹੀ ਖਾਨ ਦੇ ਚੜ੍ਹ ਕੇ ਆਉਣਾ ਤੇ ਗੁਰੂ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਨੂੰ ਛੱਡਣਾ। ਜਿੱਥੇ ਵਰਦਾਨ ਦੇ ਬਚਨ ਪੂਰੇ ਹੈ, ਉੱਥੇ ਭਾਜੜਾਂ ਦਾ ਵੀ ਬਚਨ ਪੂਰਾ ਹੈ। ਗੁਰੂ ਕੀ ਵਡਾਲੀ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਆ ਕੇ ਵਾਸ ਕੀਤਾ ਹੈ, ਇੱਥੇ ਫਿਰ ਸ਼੍ਰੀ ਮਾਤਾ ਗੰਗਾ ਜੀ ਦੇ ਉਦਰ ਤੋਂ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ। ਹਜ਼ੂਰ ਨੇ ਸ਼ੁਕਰਾਨੇ ਵਜੋਂ ਇਹ ਮਹਾਰਾਜ ਜੀ ਨੇ ਸ਼ਬਦ ਕਿਹਾ, ਸਾਚੇ ਸਤਿਗੁਰ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ। ਜਦੋਂ ਇਸਤਰੀ ਪੁੱਤਰ ਦੀ ਇੱਛਾ ਵਾਲੀ ਹੁੰਦੀ ਹੈ, ਵਿਸ਼ੇਸ਼ ਕਰਕੇ ਗੁਰਬਾਣੀ ਦੇ ਅੰਦਰ ਸ਼ਬਦਾਂ ਦੇ ਜਾਪ ਹਨ ਉਸ ਵਕਤ ਦੇ ਵਿੱਚ ਪੜ੍ਹਨ ਵਾਲੇ। ਫਿਰ ਮਹਾਰਾਜ ਜੀ ਨੇ ਸ਼ੁਕਰਾਨਾ ਕਰਦਿਆਂ ਹੋਇਆਂ ਆਖਿਆ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ੁਕਰਾਨੇ ਵਜੋਂ ਮਹਾਰਾਜ ਜੀ ਨੇ ਸ਼ਬਦ ਜਿਹੜੇ ਸੀ ਉਚਾਰਨ ਕੀਤੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਧਾਰਨ ਨਾਲ ਬੀਬੀ ਕਰਮੋਂ ਨੂੰ ਬਹੁਤ ਦੁੱਖ ਲੱਗਾ। ਪਿਰਥੀ ਚੰਦ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ। ਸੂਰਜ ਦੇ ਚੜ੍ਹਨ ਨਾਲ ਸਭ ਨੂੰ ਸੁੱਖ ਮਿਲਦਾ ਹੈ, ਚਾਨਣ ਹੋ ਜਾਂਦਾ ਹੈ, ਪਰ ਉੱਲੂ ਨੂੰ ਬੜਾ ਦੁੱਖ ਹੁੰਦਾ ਹੈ। ਉਹਦੇ ਵਾਸਤੇ ਹਨੇਰ ਹੀ ਪਿਆ ਰਹਿੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਵਾਸਤੇ ਇੰਨੇ ਜ਼ਿਆਦਾ ਯਤਨ ਕੀਤੇ, ਜਿਨ੍ਹਾਂ ਯਤਨਾਂ ਦਾ ਜ਼ਿਕਰ ਇਤਿਹਾਸ ਕਹਿੰਦਾ ਹੈ ਕਿ ਇੱਕ ਦਾਈ ਨੂੰ ਖਰੀਦ ਕਰਕੇ ਜਿਹੜਾ ਸੀ ਪਿਰਥੀ ਚੰਦ, ਉਸ ਨੇ ਕਿਹਾ ਕਿ ਤੈਨੂੰ ਇੰਨੇ ਪੈਸੇ ਦੇਵਾਂਗਾ, ਕਾਰਜ ਕਰ ਦੇਂਗੀ, ਮੂੰਹ ਮੰਗੀ ਰਕਮ ਮਿਲੇਗੀ, ਇੱਕ ਵਾਰ ਨਵ ਜਨਮੇ ਬੱਚੇ ਨੂੰ ਤੂੰ ਮਾਰ ਦੇ।
ਤੇ ਉਹ ਜਿਹੜੀ ਇਸਤਰੀ ਸੀ ਦਾਈ, ਉਹ ਆਪਣੇ ਅਸਥਣਾ ਨੂੰ ਜ਼ਹਿਰ ਲਾ ਕਰਕੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਆ ਗਈ। ਤੇ ਆਮ ਹੁੰਦਾ ਨਾ, ਜਿਵੇਂ ਬੱਚੇ ਦਾ ਜਨਮ ਹੋਇਆ ਤੇ ਇਸਤਰੀਆਂ ਇਕੱਠੀਆਂ ਹੋ ਕਰਕੇ ਆਉਂਦੀਆਂ ਬੱਚੇ ਦਾ ਮੁੱਖ ਵੇਖਣ ਵਾਸਤੇ, ਉਹ ਵੀ ਆਈ ਹੈ ਇਸਤਰੀਆਂ ਵਿੱਚ ਰਲ ਕੇ, ਤੇ ਉਹਨ ਪਿਆਰ ਦੇ ਨਾਲ ਉਠਾ ਲਿਆ ਸਭ ਨੂੰ, ਦਿਖਾਉਂਦਿਆਂ ਹੋਇਆਂ ਕਿ ਮੈਂ ਬੱਚੇ ਨੂੰ ਬੜਾ ਜਿਵੇਂ ਲਾਡ ਕਰ ਰਹੀ ਹਾਂ। ਤੇ ਕੁਝ ਸਮਾਂ ਉਠਾਉਣ ਤੋਂ ਸਾਰਿਆਂ ਤੋਂ ਅੱਖ ਬਚਾ ਕੇ ਜਦੋਂ ਗੁਰੂ ਸਾਹਿਬ ਜੀ ਨੂੰ ਉਹ ਜ਼ਹਿਰੀਲਾ ਅਸਥਣ ਮੂੰਹ ਵਿੱਚ ਪਾ ਕਰਕੇ ਦੁੱਧ ਚੁੰਘਾਉਣ ਲੱਗੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਤਿਹਾਸ ਹੈ ਕਿ ਗੁਰੂ ਸਾਹਿਬ ਜੀ ਨੇ ਇਹੋ ਜਿਹਾ ਉਹਦੇ ਸਰੀਰ ਨੂੰ ਸਪਰਸ਼ ਕੀਤਾ ਕਿ ਉਹਦੀ ਥਾਂ ਹੀ ਜਾਨ ਨਿਕਲ ਗਈ। ਦਾਈ ਚੜ੍ਹਾਈ ਕਰ ਗਈ ਸੀ, ਉਹਨੂੰ ਸਦਗਤੀ ਪ੍ਰਾਪਤ ਹੋਈ ਮਹਾਰਾਜ ਦਾ ਸਪਰਸ਼ ਪਾ ਕੇ। ਫਿਰ ਪਿਰਥੀ ਚੰਦ ਨੇ ਸਪੇਰੇ ਨੂੰ ਪੈਸੇ ਦਿੱਤੇ ਕਿ ਭਈ ਤੂੰ ਸੱਪ ਦਾ ਡੰਗ ਮਰਾ ਕੇ ਮਹਾਰਾਜ ਨੂੰ ਮਾਰ ਦੇ। ਸਪੇਰੇ ਨੇ ਸੱਪ ਛੱਡਿਆ, ਉਦੋਂ ਗੁਰੂ ਸਾਹਿਬ ਰਿੜਨ ਲੱਗ ਪਏ ਸੀ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੱਪ ਨੂੰ ਨਾ ਸਿਰੀ ਤੋਂ ਪਕੜ ਲਿਆ, ਘਸਾ ਘਸਾ ਕੇ ਸੱਪ ਮਾਰਤਾ। ਫਿਰ ਪਿਰਥੀ ਚੰਦ ਨੇ ਇੱਕ ਬ੍ਰਾਹਮਣ ਖਰੀਦਿਆ, ਉਹਨੂੰ 500 ਰੁਪਈਆ ਦਿੱਤਾ, ਕਿਹਾ ਜੇ ਕਾਰਜ ਕਰ ਦੇਂਗਾ ਤੇ ਤੇਰੀਆਂ ਹੋਰ ਵੀ ਲੋੜਾਂ ਪੂਰੀਆਂ ਕਰਾਂਗਾ, ਤੂੰ ਜ਼ਹਿਰ ਦੇ ਕੇ ਮਾਰ ਦੇ। ਉਹ ਖਡਾਵਾ ਸੀਗਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਖਡਾਇਆ ਕਰਦਾ। ਚੁਬਾਰੇ ਦੇ ਅੰਦਰ ਸਤਿਗੁਰੂ ਜੀ ਨੂੰ ਖਡਾ ਰਿਹਾ ਸੀ, ਤੇ ਜਿਸ ਦਿਨ ਉਸ ਨੇ ਇਹ ਕਰੂਰ ਕਰਮ ਕਰਨਾ ਸੀ ਨਾ, ਰੋਜ਼ ਮਹਾਰਾਜ ਨੂੰ ਦਹੀਂ ਖਿਲਾਉਂਦਾ ਸੀ, ਉਸ ਦਿਨ ਦਹੀਂ ਵਿੱਚ ਉਹਨੇ ਜ਼ਹਿਰ ਪਾ ਦਿੱਤਾ। ਤੇ ਜਦੋਂ ਜ਼ਹਿਰੀਲਾ ਦਹੀਂ ਮਹਾਰਾਜ ਨੂੰ ਛਕਾਉਣ ਲੱਗਾ, ਗੁਰੂ ਸਾਹਿਬ ਜੀ ਛਕਦੇ ਨਹੀਂ, ਉਹ ਧੱਕੇ ਨਾਲ ਛਕਾਉਣ ਲੱਗਾ ਤੇ ਮਹਾਰਾਜ ਉਦੋਂ ਬੋਲਦੇ ਨਹੀਂ ਅਜੇ, ਚੀਕ ਜੀ ਮਾਰੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੰਨਾਂ 'ਚ ਆਵਾਜ਼ ਪਈ, ਸਤਿਗੁਰੂ ਜੀ ਥੱਲੇ ਪਲੰਘੇ ਤੇ ਸਜੇ ਸੀ। ਮਹਾਰਾਜ ਆਖਿਆ, ਭਈ ਸਾਹਿਬਜ਼ਾਦੇ ਨੇ ਉਹ ਕਦੇ ਚੀਕ ਨਹੀਂ ਮਾਰੀ, ਫਟਾਫਟ ਪਤਾ ਕਰੋ ਕੌਣ ਹੈ, ਕੀ ਗੱਲ ਹੈ। ਸਿੱਖ ਚੜ੍ਹ ਗਏ ਚੁਬਾਰੇ 'ਚ, ਵੇਖਿਆ ਬ੍ਰਾਹਮਣ ਜ਼ਬਰਦਸਤੀ ਦਹੀਂ ਛਕਾਉਂਦਾ ਸਾਹਿਬਜ਼ਾਦੇ। ਲਾਏ ਮਹਾਰਾਜ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਉਠਾ ਕੇ ਥੱਲੇ, ਤੇ ਬ੍ਰਾਹਮਣ ਫਿਰ ਪਤਾ ਨਾ ਲੱਗ ਜੇ, ਪਾਜ ਨਾ ਉਗੜ ਜੇ, ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਤਾਂ ਦਹੀਂ ਛਕਾ ਰਿਹਾ ਸਾਂ, ਖਬਰੇ ਅੱਜ ਕੀ ਗੱਲ ਹੈ, ਦਹੀਂ ਕਿਉਂ ਨਹੀਂ ਛਕਦੇ, ਕਾਰਨ ਕੀ ਮੈਨੂੰ ਨਹੀਂ ਪਤਾ। ਗੁਰੂ ਅਰਜਨ ਸਾਹਿਬ ਨੇ ਉਹ ਜ਼ਹਿਰੀਲੇ ਦਹੀਂ ਦਾ ਕਟੋਰਾ ਆਪਣੇ ਹੱਥ ਵਿੱਚ ਲੈ ਲਿਆ, ਤੇ ਸਤਿਗੁਰੂ ਜੀ ਆਪ ਜਦੋਂ ਆਪਣੇ ਸਾਹਿਬਜ਼ਾਦੇ ਦੇ ਮੁਖ ਵੱਲ ਨੂੰ ਦਹੀਂ ਕੀਤਾ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਖ ਫੇਰ ਲਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਦਿਖਾਉਣਾ ਸੀ ਨਾ, ਫਿਰ ਪਤਾ ਤਾਂ ਸਤਿਗੁਰੂ ਜੀ ਨੂੰ ਵੀ ਹੈ, ਮਹਾਰਾਜ ਦਿਖਾਉਣਾ ਸੀ। ਤੇ ਸਤਿਗੁਰਾਂ ਜੀ ਨੇ ਨਾ ਦਹੀਂ ਦਾ ਕਟੋਰਾ ਭੁੰਜੇ ਰੱਖ ਦਿੱਤਾ। ਸਾਰੇ ਸਿੱਖ ਵੇਖ ਰਹੇ ਆ, ਬਹੁਤ ਸੰਗਤਾਂ ਵੇਖ ਰਹੀਆਂ ਨੇ। ਜਦੋਂ ਕਟੋਰਾ ਥੱਲੇ ਰੱਖ ਦਿੱਤਾ, ਸਤਿਗੁਰੂ ਜੀ ਦੇ ਕੋਲ ਇੱਕ ਨਾ, ਜਦੋਂ ਮਹਾਰਾਜ ਪਲੰਘੇ ਤੇ ਬੈਠਦੇ ਹੁੰਦੇ ਸੀ, ਇੱਕ ਕੂਕਰ ਸੀ, ਉਹਦਾ ਨਾਂ ਸੀ ਪਿਸਤਾ। ਸਤਿਗੁਰੂ ਜੀ ਦੇ ਪਲੰਘੇ ਥੱਲੇ ਬੈਠਦਾ ਹੁੰਦਾ ਸੀ। ਮਹਾਰਾਜ ਨੇ ਕਿਹਾ, ਪਿਸਤਿਆ ਦਹੀਂ ਖਾ ਲੈ। ਜਦੋਂ ਪਿਸਤੇ ਕੂਕਰ ਨੇ ਦਹੀਂ ਨੂੰ ਮੂੰਹ ਲਾਇਆ ਨਾ, ਜਾ ਕੇ ਉਹ ਸੁੰਘ ਕੇ ਛੱਡਤਾ ਉਹਨੇ। ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਵੇਖ ਲਓ, ਇੱਕ ਕੂਕਰ ਨੂੰ ਪਤਾ ਹੈ ਕਿ ਦਹੀਂ ਵਿੱਚ ਜ਼ਹਿਰ ਮਿਲਿਆ ਹੋਇਆ। ਉਸਨੇ ਸੁੰਘ ਕੇ ਦਹੀਂ ਪਿੱਛੇ ਛੱਡ ਦਿੱਤਾ, ਉਹ ਪਿੱਛੇ ਹੋ ਗਿਆ, ਨਹੀਂ ਦਹੀਂ ਖਾਧਾ। ਫਿਰ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਕਿਹਾ, ਪਿਸਤਿਆ ਸਾਨੂੰ ਪਤਾ ਹੈ ਕਿ ਇਸ ਦਹੀਂ ਵਿੱਚ ਕੀ ਹੈ, ਪਰ ਤੂੰ ਖਾ ਲੈ, ਤੇਰੀ ਕਲਿਆਣ ਹੋ ਜਾਏਗੀ। ਮਹਾਰਾਜ ਨੇ ਜਦੋਂ ਇਹ ਬਚਨ ਕਿਹਾ ਤੇ ਪਿਸਤੇ ਨੇ ਉਸੇ ਵੇਲੇ ਦਹੀਂ ਖਾ ਲਿਆ। ਵੇਖਦਿਆਂ ਹੀ ਪਿਸਤਾ ਕੂਕਰ ਚੜ੍ਹਾਈ ਕਰ ਗਿਆ। ਸਾਰਿਆਂ ਦੇ ਸਾਹਮਣੇ ਫਿਰ ਇਹ ਪਾਜ ਉਗੜਿਆ ਕਿ ਬ੍ਰਾਹਮਣ ਜ਼ਹਿਰ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਚਾਹੁੰਦਾ ਸੀ। ਹੱਥ ਜੋੜਨ ਲੱਗਾ ਮਹਾਰਾਜ ਦੇ ਅੱਗੇ। ਇਤਿਹਾਸ ਵਿੱਚ ਜ਼ਿਕਰ ਹੈ ਕਿ ਉਸ ਬ੍ਰਾਹਮਣ ਦੇ ਉਸੇ ਸਮੇਂ ਢਿੱਡ ਵਿੱਚ ਸੂਲ ਉੱਠੀ ਤੇ ਉਹ ਵੀ ਮਰ ਗਿਆ ਸੀ। ਦੁਸ਼ਟ ਬ੍ਰਾਹਮਣ ਮੂਆ ਹੋਏ ਕਾ ਸੂਲ, ਮਹਾਰਾਜ ਜੀ ਨੇ ਵਾਕ ਗੁਰੂ ਗ੍ਰੰਥ ਸਾਹਿਬ 'ਚ ਕਹੇ ਹੈ। ਇਹ ਜਦੋਂ ਗੱਲ ਸਾਰੇ ਅੰਮ੍ਰਿਤਸਰ ਸਾਹਿਬ ਦੇ ਅੰਦਰ ਉਗੜ ਗਈ, ਪਿਰਥੀ ਚੰਦ ਨੂੰ ਲੱਗਿਆ ਕਿ ਹੁਣ ਤਾਂ ਇੱਥੇ ਰਹਿਣਾ ਦੁਰ-ਦੁਰ ਹੋਊਗਾ।
बड़ी ज़्यादा नरादरी होगी, उदों फिर पिरथी चंद अमृतसर साहब नूं छड्ड के चलिया गया, जिथे हेहर नगर विच जा करके फिर वास कीता। धन गुरु हरगोबिंद साहब सच्चे पातशाह महाराज जदों हजूर दी 4 साल दी आजू होई ना, तो गुरु अर्जन देव सच्चे पातशाह महाराज वेखो जिहड़े उस साखी ते कटाक्ष करते हैं, उन्होंने इस साखी वाल भी ध्यान देना चाहिए। जदों 4 साल की आजू होई गुरु हरगोबिंद साहब जी की, गुरु अर्जन देव सच्चे पातशाह महाराज अपने पुत्र गुरु हरगोबिंद साहब नूं नाल लैके नंगे चरनी तुर के झबाल आए बीड़ साहब बाबा बुढ़ा साहब दे कोल। गुरु नानक साहब की गद्दी दे मालक आप सिखां नूं निमरता सिखा रहे सतगुरु। जदों बाबा बुढ़ा साहब नूं पता लगा कि गुरु अर्जन साहब आप आ रहे हैं, बहुत जल्दी नाल अगे चल करके आए, मत्था टेकिया, सतगुरां जी नूं बेनती करदे आ गरीब नवाज मैनू सेवक नूं हुक्म घल दे ते आप दे हजूर हाज़र हो जाना सी, आपने आउण दा कष्ट क्यों कीता। सतगुरां जी आख्या बाबा बुढ़ा साहब जी जिन्ने कुछ लैना होवे उन्हूं आप ही चल के आउणा पैंदा है। गरीब नवाज असीं आप दे दर दे मंगते तुहानूं की दे सकदे हां। सच्चे पातशाह आख्या बाबा बुढ़ा साहब जो तुसीं दे सकदे हो कोई होर नहीं दे सकदा। बाबा बुढ़ा साहब जी बड़ी निमरता नाल हजूर दे अगे खलोते है ते महाराज जी ने कहा बाबा बुढ़ा साहब जी साडे साहबजादे नूं गुरमुखी विद्या पढ़ाओ। ते बाबा बुढ़ा साहब ने की बोल कहे, आख्या महाराज आप दा मुढ़ कदीमी तो सुभाअ है कि आप जी अपने सेवक नूं मान दिंदे हो। आप जी दे पुत्र तुहाडा ही रूप ने, असीं इन्हां नूं की पढ़ा सकदे हां, पर गल यह है कि तुसीं मैनू मान बख्शना, मैनू वडियाई देनी है। बाबा बुढ़ा साहब ने गुरु हरगोबिंद साहब सच्चे पातशाह जी नूं गुरमुखी अखर पढ़ाए है। ते जदों गुरमुखी विद्या संपूर्ण होई, बाबा बुढ़ा साहब जी गुरु हरगोबिंद साहब नूं नाल लैके अमृतसर साहब आए। गुरु साहब दे चरनां च आके नमस्कार कीती, बेनती करदे सच्चे पातशाह आप जी ने जिमें सानू आग्या कीती सी असीं अपनी जिम्मेवारी पूरी कर दिती है। गुरु अर्जन देव सच्चे पातशाह ने आख्या बाबा बुढ़ा साहब जी एक होर बख्शिश करो साडे साहबजादे ते, इन्हां नूं शस्त्र विद्या भी तुसीं बख्शो, ये साडा इतिहास है। गुरु अर्जन देव सच्चे पातशाह महाराज जदों ये आख्या ते बाबा बुढ़ा साहब जी कहते हैं गरीब नवाज आप जी का यह निमरता वाला सुभाअ है, सतगुरु जी आप दे साहबजादे नूं असीं की विद्या सिखा सकते हैं। ये बचन इतिहास विच अंकित है। बाबा बुढ़ा साहब ने कहा जे आप जी गरीब सिख नूं मैनू दास नूं मान दिंदे हो, तो फिर बाबा बुढ़ा साहब ने आख्या गुरु हरगोबिंद साहब नूं संबोधन हो के कि जिहड़ा भी शस्त्र तुसीं अपने हत्थ विच कर कमलां विच पकड़ोगे ਉਹਦੇ चलाउण की विद्या तुहाडे अंदर आपे ही संपूर्ण होवेगी। ये बाबा बुढ़ा साहब का दिता होया वरदान ते इतिहास विच है कि गुरु हरगोबिंद साहब का वज्जिया होया वार संजोआं कोलों भी नहीं रुकदा सी, लोहे दे संजो बख्तरां कोलों डकिया नहीं सी जांदा, घोड़ियां दीयां काठियां तक महाराज ने मैदाने जंग दे अंदर वढ़ के रख दित्तियां सी। इहो जिहा वार दे अंदर जे बल है तो उहदे पिछे भी ब्रह्म ज्ञानी महापुरखों का क्या होया बोल है। ये सच्चे पातशाह जी महाराज ने धन गुरु अर्जन साहब ने बाबा बुढ़ा साहब नूं मान दिता। गरीब नवाज सच्चे पातशाह निमरता सिखाई। तो साध संगत जी जिहड़ा सतगुरां दा आपां शहीदी का इतिहास सुनिया, जदों गुरु हरगोबिंद साहब सच्चे पातशाह जी महाराज की आजू 11 साल की हुई सी, सतगुरु पातशाह जी महाराज उदों शहीद होने का त्यारा कीता सी। उस तो पहला सतगुरां जी ने माता दमोदरी जी का ते माता मरवाही जी का नाता जिहड़ा सी ना, ये हरमंदर साहब के अंदर बैठिया प्रवान कर लिया सी। ये वो समा सी जदों महाराज हरमंदर साहब के अंदर सजे हुए सन ते चंदू दे लागी आ करके महाराज नूं धमकाउण लग पए सी। गुरु साहब नूं
जदों उन्होंने बड़े ज़्यादा बोल कहे, हजूर ने पहली बार ये बचन कहा कि चंदू चुबारा है, वड्डा है, उन्होंने वड्डियां नाल मेल करना चाहिए। असीं निक्के हाँ, गरीब हाँ, छोटे हाँ, सानू कोई नीवा ही आके मिलेगा। ये महाराज की निमरता सी। ते माता दमोदरी जी दे पिता जी नारायण दास जी डल्ले निवासी, बहुत गरीबी है घर विच। ते मन विच ख्याल आया, मना अपनी पुत्री का रिश्ता महाराज नूं बेनती कर दियां। फिर मन ने आख्या कि तू अपने वाल नहीं वेखदा, कित्थे गुरु नानक साहब का घर ते कित्थे तू, जे कहेगा तो सिख तेरे ते हसणगे नहीं। बह गए, फिर बोल नहीं सके, हिम्मत नहीं पई। फिर चंदू दे लागी बोल पे। महाराज जी ने फिर कहा कि चंदू अमीर है, चुबारा है, असी मोरी दी न्याई गरीब हाँ, छोटे हाँ, सानू कोई गरीब सिख ही मिलेगा। भाई नारायण दास जी फिर मन में सोचते, मना गुरु नानक साहब दे घर गरीबां नूं जगह मिलती है, तू उठ बेनती कर दे। फिर मन ने कहा, सिख हसणगे, मखौल करनगे, तू जदों अपने मूँह तो बोलेगा तेनू संग नहीं आऊगी कि जे महाराज रिश्ता छड्डिया ही है तो वेखो ये लालच करदा, अपनी पुत्री का रिश्ता कराउणा चाहुंदा महाराज दे साहबजादे नूं। कित्थे महाराज दे साहबजादे, कित्थे तू। फिर बह गए, सोचिया नहीं ये गल शोभदी नहीं मेरे मुख तो। महाराज ने फिर तीसरी बारी अपने मुख तो बचन कहा कि चंदू अमीर है, चुबारा है, उन्होंने वड्डियां नाल मेल करना चाहिए, सानू कोई गरीब सिख ही मिलेगा। जदों महाराज तीसरी बार कहा तो भाई नारायण दास जी उठ के खलो गए, हजूर दे चरनां च बेनती की, सच्चे पातशाह मेरा मूँह बड़ा छोटा है, मैं गल बहुत वड्डी कहन लगा, पर महाराज बख्श लियो। सतगुरु जी कहते, भाई सिखा कहो की कहना चाहुंदा है। महाराज मेरी पुत्री का नाता प्रवान कर लो। गुरु अर्जन देव सच्चे पातशाह जी महाराज के सामने जदों सिख ने वह भावना नाल बेनती की है तो हजूर की वड्डी वड्याई। महाराज कहते, बाबा बुढ़ा साहब जी कड़ाह प्रसाद की देग लियाओ, अपने पुत्र का नाता करिए। सतगुरां ने सिख नूं प्रवान किया, उहदी गरीबी नहीं वेखी, उहदी निमरता, उहदा प्यार वेखिया। ते माता मरवाही जी दे पिता जी ने भी उस वेले उठ करके बेनती की, महाराज मेरी पुत्री भी प्रवान करो। महाराज कहते, अच्छा ये गुरु नानक साहब दे घर की वड्डी वड्याई है, एक रिश्ता छड्डिया तो दो हो गए। उस वेले दो सगाइयां की अरदास हुई तो गुरु हरगोबिंद साहब का आनंद कारज सतगुरां जी ने अपने हत्थीं कीती है। सारी मर्यादा गरीब नवाज सच्चे पातशाह जी महाराज दे ये दो आनंद कारज होए ते साध संगत जी तीसरा आनंद कारज श्री माता नानकी जी नाल होया। हजूर दे गृह विखे माता दमोदरी जी दे उधर तो बाबा गुरदित्ता जी का जन्म होया, महाराज दे जेठे पुत्र बाबा गुरदित्ता जी। ते दूसरे थावें पुत्री का जन्म होया बीबी वीरो जी। ते माता मरवाही जी की कुख तो बाबा सूरजमल जी का जन्म होया, बाबा आणी राय जी का जन्म होया, बाबा अटल राय जी का जन्म होया। ते श्री माता नानकी जी की कुख तो अमृतसर साहब अस्थान गुरु के महल अस्थान ते धन गुरु तेग बहादुर सच्चे पातशाह जी महाराज का प्रकाश होया। ये सतगुरु जी की संतान होई गुरु हरगोबिंद साहब सच्चे पातशाह जी महाराज। सच्चे पातशाह महाराज जदों गुरु अर्जन साहब जी लाहौर में शहीद होए सी, जिहड़ा आपां इतिहास सरवण कर रहे हैं, जदों महाराज जी ने तुरना सी ना अमृतसर साहब तो गुरु अर्जन साहब जी महाराज ने, वो पिछे लड़ीवार इतिहास विच साखी आई। आप जी ने तो टूक मात्र सुनिया जिथों इतिहास आरंभ होया, फिर उथों आपां विस्तार नाल जिहड़ी वो सांझ पाई। जदों सतगुरु जी अमृतसर साहब तो तुरना सी, गुरु हरगोबिंद साहब सच्चे पातशाह जी महाराज नूं बुला के बाबा बुढ़ा साहब नूं बुलाया, भाई गुरदास साहब नूं बुलाया।
तो महाराज ने बाबा बुढ़ा साहब नूं पुछया, बाबा बुढ़ा साहब जी साडे साहबजादे गुरियाई दे लायक हन? बाबा बुढ़ा साहब नूं पुछदे। कदे वो वक्त सी जदों गुरु रामदास साहब जी महाराज जी ने गुरु अर्जन साहब सामने हथ जोड़ के खलोते हुए सन, तो गुरु रामदास साहब ने पुछया सी, बाबा बुढ़ा साहब जी साडे साहबजादे गुरियाई दे लायक ने? तो बाबा बुढ़ा साहब ने जिमें उसते मोहर लावनी हुंदी है, एडी वडियाई वेखो सेवक नूं दिंदे। आख्या महाराज जिहदे उत्ते तुसीं हथ रखदे हो उहदे उत्ते सारे ही गुण आ जांदे, जिहदे उत्ते तुसीं बख्शिश करनी है महाराज उहदे अंदर सब कुछ ही समा जांदा है। ते गुरु रामदास साहब ने कंठ ला के गुरियाई दित्ती सी। गुरु अर्जन साहब जी महाराज वो ही मर्यादा निभाउंदियां होया आख्या, बाबा बुढ़ा साहब जी दसो साडे पुत्र योग ने? ते बाबा बुढ़ा साहब ने आख्या, महाराज तुहाडा रूप ने सतगुरु, साडे लई तां जो आप हुक्म करोगे सेवक हाँ असीं तुहाडे हुक्म विच सीस झुकाउणा है। इन्हां तो महाराज जियां दा भला होना, कल्याण होनी है, क्योंकि तुहाडी बख्शिश है इन्हां उपर। फिर महाराज जी ने आख्या, बाबा बुढ़ा साहब असीं गुरियाई दी रस्म करनी है, समग्री लै आओ। जदों इउं कहा तो बाबा बुढ़ा साहब कहंदे, महाराज जी वड्डे सतगुरु जी तां ये रस्म उदों करदे जदों ज्योति जोत समाउणा हुंदा, आप दा शरीर तां महाराज किरपा करो इन्ने जियां दा भला हो रहा है, तुहाडे तो महाराज इन्ने जी वरसो रहे है, अपना शरीर रखना करो सतगुरु। महाराज जी ने कहा, बाबा बुढ़ा साहब तुसी सब कुछ जानते हो, कोई वार्तालाप नहीं की, ये कहा तुसी सब कुछ जानते हो। बाबा बुढ़ा साहब ने अगों कोई वचन नहीं कहा। समग्री लियांदी गई, गुरु साहब ने 5 पैसे ते नारियल भेंट कीते। बाबा बुढ़ा साहब तो गुरु हरगोबिंद साहब के मस्तक ते तिलक दवाया ते आख्या, इस सारे कुछ नूं गुप्त रखियो, जदों साडी शहादत होवेगी उदों भारी दीवान सजा के साडे साहबजादे नूं गुरियाई दी रस्म कर दिओ। ये महाराज बचन कहे। जदों सतगुरु जी फिर अगले दिन तुरन लगे सी, गुरु हरगोबिंद साहब जी महाराज, बाबा बुढ़ा साहब, भाई गुरदास जी, सारियां सिख संगतां महाराज नूं तोरन वास्ते आए। तो जदों अमृतसर साहब नगर दूर रह गया, हजूर पालकी साहब तो उतर आए गुरु अर्जन साहब जी। महाराज आख्या, भाई सिखो हुण तुसीं सब वापस मुड़ जाओ। तो सतगुरु जी ने उस समय गुरु हरगोबिंद साहब जी नूं वाक कहे कि भाई पुरखा, ये बाबा बुढ़ा साहब गुरु नानक साहब जी तो वरसोए सिख ने। महाराज साहब जी ने अपने मुख तो बचन कहा, बाबा बुढ़ा साहब के हुक्म विच सदा शीश झुका के रखना, इन्हां दे कहे हुए वाक नूं कदे ना मोड़ना। ये सतगुरां जी ने तुरन लग्गियां गुरु हरगोबिंद साहब जी महाराज नूं सिक्ख्या सिखाई। सच्चे पातशाह महाराज जदों शहीद हुंदे है, फिर 5 सिख अमृतसर साहब आउंदे आ। जदों अमृतसर साहब सिख पहुँचते हैं, जिहड़ा आपां कल इतिहास सरवण कर रहे सां, अज जिथे तक होवेगा उत्थे आपां समय दे नाल समाप्ति कर दांगे, कल नूं उत्थों अगे फिर शुरू करके, क्योंकि महाराज सच्चे पातशाह जी का जीवन ये एक समुंदर की न्याई है। साध संगत जी, सतगुरां ने जिस जिस रूप के अंदर एडे उपकार कीते, इन्नियां बख्शिशां कीतियां, असीं तां जिन्ने शरीर ते रोम है इन्नी वारी जन्म धार के भी जस करिए तो तां भी अधूरा पै जाएगा। महाराज का एडा वड्डा जस है। सच्चे पातशाह धन गुरु हरगोबिंद साहब जी महाराज उदों जिथे 68 घाट है ना हरमंदर सरोवर की परिक्रमा अंदर, उथे 68 तीर्थवास करते हैं। कई ये भी शंका करते हैं, वेखो जी सरोवर च तो किते नहा लो, एवें ये पखंड करते। पखंड नहीं, वो महाराज दे दिते हुए वरदान ने। उथे बख्शिश क्यों वधेरे है? गुरु अर्जन साहब जी महाराज उथे ना पालकी साहब है संगे मरमर दी, उहदे ते अमृतसर साहब दीयां सिख संगतां फुल्लां दीयां मालावां भेंट करदियां रोज़। उथे हजूर आप बराजिया करदे सी, बैठिया करदे सी। महाराज जदों सरोवर दी कार कराउंदे सी, उहदा इतिहास यह है कि उस थां नूं गुरु नानक साहब जी महाराज ने अपने चरनां नाल नवाजिया है। गुरु अंगद साहब जी महाराज दे चरण उत्थे पए है,
गुरु अमरदास साहब जी महाराज दे चरण पे आ। 68 तीर्थ जह साध पग धरै महाराज की बाणी कहती है। जिथे साधु अपना चरण धरते है, गुरु नानक साहब तो वड्डा कौन साधु हो सकता। उत्थे 68 तीर्थ वास करते हैं। तो वह 68 घाट बनया होया थां जिथे गुरु अर्जन साहब जी महाराज बैठिया करते सी। हजूर कुछ सिखां समेत बैठे हुए है। 5 सिख आए, महाराज दे अगे नमस्कार कीती है। तो गुरु हरगोबिंद साहब जी महाराज पुछदे है, विधि चंद पिता जी नाल नहीं आए? ये कविराज कवि भाई संतोख सिंह जी बहुत प्यार ते बराग वाला प्रसंग लिखते हैं। विधि चंद जी उत्तर नहीं दिंदे। महाराज पुछदे, भाई पुराणा पिता गुरु जी का की हाल है, तुसी बोलते क्यों नहीं? तो फिर भाई पुराने ने हिम्मत करके आख्या सी, महाराज आप जी के सत्कारयोग पिता गुरु अर्जन साहब जी महाराज शहीद हो गए। महाराज साहब नूं शहीदी की वारता कही। सतगुरु जी गंभीर हो गए। महाराज कोई उत्तर नहीं दिता। घर च खबर आ गई। सुभाविक सी कि सब ने बराग करना सी। साध संगत जी, आम कोई चंगे गुणा वाला साधु महात्मा गुरसिख जदों संसार चों जांदा है ना, तो लुकाई उहदे विछोड़े नूं सहिंदी नहीं। प्यार करन वाले गुरसिख उहनूं याद करदे आ, इहो विछोड़ा सहया ना जाए। जिस प्यारे स्यों नेहो तिस आगे मर चलीए, त्रिग जीवन संसार ताकै पाछा जीवना। ते गुरु अर्जन साहब जी महाराज खुद आप इन्ना सतगुरां जी ने प्यार का प्रसाद वंडिया। जिस जिस मुसलमान फकीर ने भी गुरु जी का दीदार किया, मौलवी काजी सब सतगुरां दे सिख हो गए सी। जिस किसी ब्राह्मण ने, किसी सखी सरवर ने, भाई बहिलो जी वर्गे सखी सरवरां दी पूजा करते सी। ते गुरु अर्जन देव सच्चे पातशाह महाराज ने एडी सिक्खी दिती। जदों महाराज सच्चे पातशाह वर देन लगे ना, हरमंदर साहब की सेवा संपूर्ण हुई। ते भाई बहिलो जी सब तो पिछे खलोते सी। सेवा पता की करते सी? आवियां दी सेवा, जिथे इट्टां पकदियां। ते उस सेक नाल भाई बहिलो दी सारी चमड़ी उखड़ गई सी। होर तरह का चेहरा भासदा सी। सेक पै पै के आवियां दा चमड़ी सारी उछ गई सी। ते फिर भी सिख एडी सेवा करदा है ते पिछे खलोता सारियां तो। ते गुरु अर्जन साहब जी महाराज उस प्यार नूं, भावना नूं महाराज जाणदे है। ते महाराज ने वर दिता सी, भाई बहिलो सब तो पहलों। सतगुरां जी ने अगे बुला के भाई बहिलो नूं ब्रह्म ज्ञान की बख्शिश की। गरीब नवाज धन गुरु अर्जन देव सच्चे पातशाह नाल संगतां किन्ना क प्यार करदियां सी, इसका अंदाजा आपां नहीं ला सकते। जिस जिस सिख ने भी सुनिया उहदा हिरदा विन्निया गया। घर विच सब बैराग करन लग पे। गुरु साहब नूं पता लगा। महाराज ने आख्या, बाबा बुढ़ा साहब जी घर च जाओ, माता जी नूं बैराग करन तो वर्ज दिओ। यह गुरु हरगोबिंद साहब ने 11 साल की आयु च गरीब नवाज ने बचन कहे। फिर बाबा बुढ़ा साहब जी घर विच गए है। माता साहब जी नूं जाके नमस्कार कीती है। आख्या, माता जी सतगुरु गुरु नानक साहब की सिक्ख्या है, ये संसार दा मेल नदी ते नौका की तरह है। जिहड़ा संसार च आया शरीर करके एक दिन उसने चले जाना है। सच नूं अपने अंदर दृढ़ करो। तुसी वास्तव दे विच गुरु अर्जन साहब के स्वरूप दे विच समा जाना है। क्योंकि सतगुरु जी तुरन लग्गियां भी कहा सी, गंगा फिक्र नहीं करना, तुसी अपनी आजू भोगोगे, बड़े सुख होणगे। कहा माता जी ने कि महाराज तुहाडे तो बिना साडा आसरा कौन है? 4 चफेरे दुश्मन ही दुश्मन ने, ते शरीका भी दुश्मनी कर रहा है। पिरथी चंद ने घट की। महाराज कौन है तुहाडे तो बिना साडा? ते साहबजादे की उम्र भी बड़ी छोटी है।
ਤੇ ਗੁਰੂ ਸਾਹਿਬ ਨੇ ਕਿਹਾ ਸੀ, ਗੰਗਾ ਇਹ ਜਿਸ ਸਾਹਿਬਜ਼ਾਦੇ ਨੂੰ ਤੁਸੀਂ ਛੋਟਾ ਸਮਝ ਰਹੇ ਹੋ, ਬੜਾ ਵੱਡਾ ਪ੍ਰਤਾਪ ਹੋਵੇਗਾ। ਰਾਜੇ ਮਹਾਰਾਜੇ ਇਹਨਾਂ ਦੇ ਅੱਗੇ ਸੀਸ ਝੁਕਾ ਦੇਣਗੇ। ਐਡੀ ਤੁਹਾਡੀ ਵੇਲ ਵਧੇਗੀ, ਪਰਿਵਾਰ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਸੁੱਖ ਮਾਣੋਗੇ। ਵਧੀ ਵੇਲ ਬਹੁ ਪੀੜ੍ਹੀ ਚਾਲੀ ਦੇ ਵਾਕ ਮਹਾਰਾਜ ਕਹੇ ਸੀ ਸੱਚੇ ਪਾਤਸ਼ਾਹ ਨੇ। ਤੇ ਫਿਰ ਜਦੋਂ ਤੁਹਾਡੀ ਆਯੂ ਪੁੱਗ ਗਈ, ਤੁਸੀਂ ਸਾਡੇ ਸਰੂਪ ਵਿੱਚ ਹੀ ਆ ਕੇ ਅਭੇਦ ਹੋ ਜਾਓਗੇ। ਬਾਬਾ ਬੁੱਢਾ ਸਾਹਿਬ ਨੇ ਗੁਰੂ ਘਰ ਦਾ ਗਿਆਨ ਦ੍ਰਿੜ ਕੀਤਾ। ਆਖਿਆ, ਮਾਤਾ ਜੀ ਗੁਰੂ ਸਾਹਿਬ ਦੇ ਪ੍ਰਥਾਏ ਬਰਾਗ ਨਹੀਂ ਕਰਨਾ ਚਾਹੀਦਾ। ਹਜੂਰ ਸ਼ਹੀਦ ਹੋਏ ਹੈ, ਇਸ ਕਰਕੇ ਸਭ ਨੂੰ ਆਪਣੇ ਮਨ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਸੰਭਾਲਦਿਆਂ ਹੋਇਆਂ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ। ਸਭ ਨੂੰ ਬਰਾਗ ਕਰਨ ਨੂੰ ਰੋਕ ਦਿੱਤਾ। ਤੇ ਉਪਦੇਸ਼ ਕਰਤਾ ਵੀ ਜੇ ਬਾਬਾ ਬੁੱਢਾ ਸਾਹਿਬ ਜੀ ਹੋਣ ਤੇ ਕਿਉਂ ਨਾ ਫਿਰ ਅਗਲੇ ਦੇ ਮਨ ਤੇ ਅਸਰ ਹੋਵੇ। ਧਾਰਨ ਕਰਨ ਵਾਲਾ ਵੀ ਅੱਗੇ ਫਿਰ ਗੁਰੂ ਕਾ ਅਧਿਕਾਰੀ ਸਿੱਖ ਤੇ ਗੁਰੂ ਸਾਹਿਬ ਦੇ ਖੁਦ ਮਹਿਲ ਹੀ ਹੋਣ ਤੇ ਕਿਉਂ ਨਾ ਬਿਰਤੀ ਜਿਹੜੀ ਆ ਉਹ ਨਿਰੰਕਾਰ ਵਿੱਚ ਜਾ ਕੇ ਟਿਕ ਜਾਵੇ। ਜਿਸ ਦੀ ਬਾਬਤ ਸਤਿਗੁਰਾਂ ਜੀ ਨੇ ਕਿਹਾ, ਨਾ ਕਛ ਆਇਬੋ ਨਾ ਕਛ ਜਾਇਬੋ RAM ਕੀ ਦੁਹਾਈ। ਸਤਿਗੁਰੂ ਜੀ ਦੀ ਬਾਣੀ ਦੇ ਪੰਕਤੀਆਂ ਆਪਾਂ ਕੱਲ ਸਰਵਣ ਕੀਤੀਆਂ ਸੀ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਜਿਹੜਾ ਸੁਖਮਨੀ ਸਾਹਿਬ ਦਾ ਅਭਿਆਸੀ ਗੁਰਸਿੱਖ ਹੁੰਦਾ ਨਾ, ਜੇ ਆਪਾਂ ਬਾਣੀ ਪੜ੍ਹਦੇ ਆ ਨਾ, ਤੇ ਸਾਨੂੰ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ, ਬਾਣੀ ਪੜ੍ਹੀਏ ਪਰ ਹੌਲੀ ਹੌਲੀ ਉਸ ਬਾਣੀ ਦੇ ਅਰਥ ਸੁਣੀਏ ਤੇ ਜਾਂ ਵਾਚੀਏ। ਜਦੋਂ ਇੱਕ ਇੱਕ ਪੰਕਤੀ ਦਾ ਵੀ ਲਾ ਲਓ ਕਿ ਇੱਕ ਪੰਕਤੀ ਸੁਖਮਨੀ ਸਾਹਿਬ ਦੀ ਰੋਜ਼ ਅਰਥ ਪੜ੍ਹ ਲਓ, ਉਹਨੂੰ ਫਿਰ ਬਾਰ-ਬਾਰ ਅਭਿਆਸ ਕਰੋ ਕਿ ਇਸ ਪੰਕਤੀ ਦਾ ਅਰਥ ਇਹ ਹੈ। ਤੇ ਕਦੇ ਤਾਂ ਦਿਨ ਆਉਣਾ ਜਿੱਦਣ ਸੁਖਮਨੀ ਸਾਹਿਬ ਦਾ ਸਾਰੇ ਹੀ ਅਰਥ ਪਤਾ ਲੱਗ ਜਾਣੇ। ਫਿਰ ਉਹਨਾਂ ਅਰਥਾਂ ਨਾਲ ਜਦੋਂ ਤੁਸੀਂ ਬਾਣੀ ਪੜ੍ਹਨੀ ਹੈ ਨਾ, ਉਹਦਾ ਆਨੰਦ ਵੱਖਰਾ ਹੋਣਾ। ਉਹ ਸਵਾਦ ਤੇ ਉਹ ਰਸ ਉਹੋ ਹੀ ਜਾਣੂਗਾ ਜਿਹੜਾ ਪੜ੍ਹੇਗਾ। ਤੇ ਫਿਰ ਉਹਨੂੰ ਪਤਾ ਲੱਗਣਾ ਹੈ ਕਿ ਜਿਸ ਹਿਰਦੇ ਵਿੱਚੋਂ ਇਹ ਬਾਣੀ ਉਪਜੀ ਹੈ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਗਤਾ ਗਤੀ ਕੌਣ ਜਾਣ ਸਕਦਾ ਹੈ। ਆਪ ਨਿਰੰਕਾਰ ਸਰੂਪ ਸਤਿਗੁਰੂ ਜੀ ਕਿੱਡੀ ਨਿਮਰਤਾ ਦੇ ਮਾਲਕ ਨੇ, ਤਾਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਨਾ। ਮਹਾਰਾਜ ਜੀ ਬਾਣੀ 'ਚ ਕਹਿੰਦੇ ਨੇ, ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਪਵਿੱਤਰ ਉਪਦੇਸ਼ ਜਦੋਂ ਮਾਤਾ ਸਾਹਿਬ ਨੇ ਸੁਣਿਆ, ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਮਨ ਠਹਿਰ ਗਿਆ। ਸਿੱਖਾਂ ਦੇ ਮਨ ਟਿਕਾ 'ਚ ਆ ਗਏ। ਦਾਸੀਆਂ ਦਾਸ ਸਭ ਇੱਕ ਰਸ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਗੁਰਿਆਈ ਦਾ ਦਿਨ ਜਿਹੜਾ ਸੀ ਉਹ ਚੁਣਿਆ ਗਿਆ। ਸਤਿਗੁਰਾਂ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਆਗਿਆ ਕੀਤੀ ਕਿ ਪਿਤਾ ਜੀ ਦੀ ਸ਼ਹਾਦਤ ਹੋਈ ਹੈ, ਆਪ ਬਾਣੀ ਦਾ ਜਾਪ ਕਰੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਬਾਬਾ ਬੁੱਢਾ ਸਾਹਿਬ ਕੀਤਾ। ਇਹ ਸੁਣਾ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜਦੋਂ ਬਾਣੀ ਦਾ ਭੋਗ ਪਿਆ ਤੇ ਹਜੂਰ ਨੇ ਬਹੁਤ ਸੋਨੇ ਦੀਆਂ ਮੋਹਰਾਂ ਤੇ ਸੁੰਦਰ ਦੁਸ਼ਾਲਾ ਰੇਸ਼ਮੀ ਬਾਬਾ ਬੁੱਢਾ ਸਾਹਿਬ ਨੂੰ ਭੇਟ ਕਰਨ ਲੱਗੇ। ਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਸਤਿਗੁਰੂ ਜੀ ਮੈਂ ਤਾਂ ਆਪਦੇ ਘਰ ਦਾ ਸੇਵਾਦਾਰ ਹਾਂ, ਮੈਨੂੰ ਐਡਾ ਮਾਣ ਕਿਉਂ ਦਿੰਦੇ ਹੋ। ਸਤਿਗੁਰੂ ਜੀ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਇਹ ਅਸੀਂ ਸਿੱਖਾਂ ਵਿੱਚ ਰੀਤ ਚਲਾ ਰਹੇ। ਮਹਾਰਾਜ ਦੀ ਬਾਣੀ ਦਾ ਕੋਈ ਅਦਬ ਨਹੀਂ ਕਰ ਸਕਦਾ, ਭਾਵੇਂ ਸਿਰ ਵੀ ਭੇਟ ਕਰਕੇ ਅੱਗੇ ਰੱਖਦੇ ਥੋੜਾ ਹੈ, ਪਰ ਫਿਰ ਵੀ ਸਿੱਖ ਨੂੰ ਸਤਿਕਾਰ ਕਰਨਾ ਚਾਹੀਦਾ। ਉਹ ਰਿਵਾਇਤ ਆਪਣੇ ਸਿੱਖਾਂ ਵਿੱਚ ਪਾ ਰਹੇ ਹਾਂ। ਬਾਬਾ ਬੁੱਢਾ ਸਾਹਿਬ ਨੂੰ ਐਡਾ ਵੱਡਾ ਮਾਣ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਿਆਈ ਤਖਤ ਤੇ ਕਿਵੇਂ ਬਰਾਜਦੇ ਹੈ ਤੇ ਸਤਿਗੁਰੂ ਜੀ ਕਿਵੇਂ ਸਿੱਖਾਂ ਨੂੰ ਉਪਦੇਸ਼ ਦਿੰਦੇ ਹੈ। ਸੰਖੇਪ ਜਿਹਾਈ, ਕਿਉਂਕਿ ਇੱਕ ਯੁੱਧ ਦਾ ਹੀ ਵੇਰਵਾ ਸੁਣਾਵਾਂ ਤਾਂ ਫਿਰ ਸਾਧ ਸੰਗਤ ਜੀ 1 ਘੰਟਾ 2 ਘੰਟੇ ਤਾਂ ਸਹਿਜੇ ਲੱਗ ਜਾਂਦੇ। ਪਰ ਕੱਲ ਨੂੰ ਆਪਾਂ ਸੰਖੇਪ ਰੂਪ ਵਿੱਚ ਮਹਾਰਾਜ ਦਾ ਜੀਵਨ ਸਰਵਣ ਕਰਾਂਗੇ। ਤੇ ਪਰਸੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਸਾਕਾ ਜਿਹੜਾ ਦਿੱਲੀ ਦੇ ਅੰਦਰ, ਉਹ ਆਪਾਂ ਸਰਵਣ ਕਰਾਂਗੇ ਐਤਵਾਰ ਵਾਲੇ ਦਿਨ। ਅੱਜ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸਤਿਗੁਰਾਂ ਜੀ ਦੇ ਜਦੋਂ ਇਹ ਪੁਰਬ ਆਉਂਦੇ ਆ ਨਾ, ਉਹ ਵਿਸ਼ੇਸ਼ ਸਮਾਂ ਹੁੰਦਾ। ਜਦੋਂ ਉਸ ਸਮੇਂ ਵਿੱਚ ਉੱਠ ਕੇ ਆਪਾਂ ਬਾਣੀ ਪੜ੍ਹਦੇ ਆ ਨਾ, ਉਹਦਾ ਰਸ ਵੀ ਤੁਹਾਨੂੰ ਹੋਰ ਹੋਊਗਾ।
क्योंकि जदों गुरु नानक साहब जी महाराज अवतार धारना सी ना, तो इतिहास जिक्र करदा है सतगुरु जी के अवतार धारण तो पहला ही राय भोए की तलवंडी की सारी फिजा बदल गई सी। धरती हरियावलता नाल इन्नी टहक उठी सी जानो कि सब तो वध खुशी जिवें धरती नूं हो रही होवे। ते जिस रात सतगुरु जी का आगमन होया है, हवा इन्नी मिठी ठंडी ते सुगंधी वाली चल रही सी, जिहदे भी शरीर नूं परसदी सी वो हैरान हो जाता सी कि इन्ना आनंद क्यों आ रहा, इन्ना सुख क्यों आ रहा है। कविराज ने लिखिया है कि संबत 9 खट सहज सबीसा, ये थित लिखते हैं। भो अवतार प्रगट जगदीसा, जदों जगत के मालक का अवतार होया धरती ते, की कहते अगे, कहते भयो अचानक सबन अशाहा, कहते अचानक सारे नूं खुशी हो रही, बड़ा आनंद आ रहा, पर बिन कारण मन लख न सकाहा, जिन्हां दी बुद्धि थोड़ी है उन्होंने पता नहीं लग रहा कि इन्ना मज़ा क्यों आ रहा, इन्ना सुख क्यों आ रहा है। हर कीरत जो जौन प्रकाशी, क्योंकि वाहिगुरू दी ये जोत ने, निरंकारी रब्बी जोत ने धरती ते अवतार लिया। जिन्होंने सोझी सी उन्होंने फुलों की बरखा की, जिन्हों सोझी सी भीखण शाह नूं जदों गुरु गोबिंद सिंह साहब का आगमन होया, उन लहिंदे नूं सिजदा कीती, बार बार नमाज करदा सिजदे करी जांदा। मुरीद कहंदे पीर जी शरा ही तोड़ती, मक्का तो इधर है, कहंदा नहीं मक्का इधर आ गया। ये साध संगत जी जिन्हों सच्चे पातशाह जी महाराज इं प्यार ला देंदे है, सोझी दे देंदे है, उन्होंने पता लग जाता है। पर जिन्हों नहीं सोझी हुंदी आनंद उन्होंने भी आउंदा है, रस उन्होंने भी आउंदा है, क्योंकि हवा तो इक्को जी सब नूं स्पर्श हुंदी है। राय भोए की तलवंडी जिहड़ी है ना, उहदा कविराज जी ने इन्ना अलंकार बन्निया, इन्ना अलंकार बन्निया, सुन सुन के आपां हैरान हो जाएंगे। ऐसे गुरु जी दे सिख हाँ, जिहड़ी राय भोए की धरती है ना, जिथे गुरु नानक साहब का अवतार होया, राजे ने आउणा सी ते फिर राजियां वाली धरती ते आए महाराज। उस धरती दे राजियां वर्गे लक्षण में कविराज कहंदे है, राजा तखत ते बैठदा है, राय भोए की तलवंडी इस धरती के उत्ते तखत की न्याई धरती है। क्यों कहते उत्थे सारियां शुभ जातियां दे जानवर पैदा होंदे, सब तो वध खेती हुंदी है। महाराज जी के अवतार धारण तो पहला गऊआं दुध ही वध देण लग पईयां, हैरान होई जांदे जमींदार भी। रुख उत्थे इन्ने फलां नाल लदे गए, राहगीर लंघदे है ते उन्हां दा दिल करदा इत्थे ही रह जाइए, अगे ना जाइए, इन्ना सुख आउंदा है। तलवंडी नगर दे अंदर जिहड़े चोर ने राह मारने नगर छड्ड के भज गए, ते बद्दल आउंदे आकाश च, बरखा उन्नी करदे जिन्नी लोकां नूं चाहीदी है, वध बरखा ही नहीं, बद्दल डरदा करदा कि इत्थे गुरु नानक साहब ने आउणा है। राजे दी मर्जी तो बिना किवें कुछ हो जावे। सतगुरु जी दे इस धरती दे आउण दे धरती दे लक्षण कविराज कहंदे है, एक बन्ने वगदी हुई रावी इउं लगदी है जिवें तखत दे उत्ते पक्खा कर रही है। इस धरती दे उत्ते वगदा रावी दरिया पक्खा झुला रहा है, जिहड़ा चढ़दे बन्ने नूं चनाब वग रहा ना, दा चिट्टा जल इउं लग रहा जिवें इस धरती दे उत्ते चौर हो रहा होवे। ये राजियां वाले लक्षण ने इस धरती दे। ते धन गुरु नानक देव सच्चे पातशाह महाराज का उत्थे अवतार होना, वो समा, वो साध संगत जी नछत्तर, वो लगन बहुत उत्तम ते धन हुंदे आ जदों सतगुरां जी का अवतार हुंदा है। चानण पक्ष दे अंदर सतगुरु जी का प्रकाश हुंदा है। गरीब नवाज सच्चे पातशाह जी महाराज ने इस दिन श्री माता गंगा जी के उदर तो दसी मासी हुक्म बालक जन्म लिया। सच्चे पातशाह जी महाराज ने गुरु की वडाली अस्थान ते गुरु हरगोबिंद साहब जी महाराज का प्रकाश होया है। घर विच बड़ियां वधाइयां होईयां, शहनाइयां वजियां। सतगुरां जी ने अकाल पुरख वाहिगुरू का शुकराना किया है। अज सतगुरां का प्रकाश गुरपुरब होने करके महाराज जी के जीवन ते कथा हुई है। फिर भी संखेप रूप में आपां सांझ पाई है, तो कल नूं महाराज के गुरियाई तो आपां फिर ये महाराज का जीवन अगे ज्योति जोत समाउण तक संखेप रूप में सरवण करांगे।
ਤੇ परसों बाबा बंदा सिंह जी बहादुर का शहादत का प्रसंग सरवण करांगे। होइयां भुल्लां बख्श लैणियां, अगे वास्ते समत बख्शणी। सच्चे पातशाह महाराज गरीब नवाज सानू सिक्खी प्रदान करन। वाहिगुरू जी का खालसा, वाहिगुरू जी की फतेह। अचुत है पार ब्रह्म, अविनाशी अगनास। हे पूरन हे सरब मैं दुख भंजन गुणतास। हे संगी हे निरंकार, हे निर्गुण सब। हे गोबिंद हे गुण निधान, जाकै सदा बबेक। हे अपरंपर हर हरे है पी होवन। हे संत कै सदा संग, निधारा आधार। हे ठाकुर हूँ दासरो, मैं निर्गुण गुण नहीं। नानक दीजै नाम दान, राखो हिया परोए। आए प्रभ शरणागति, कृपा निध। एक अखर हर मन बस्त, नानक होत निहाल। वाहिगुरू नाम जहाज है, चढ़े सो उतरे। जो शरधा कर सेम दे, गुर पार उतारन। कथा निता प्रत होत है, सुनहो सो सिंह सुजान। नानक गुरु गोबिंद सिंह जी, सदा करह कल्याण। नानक गुरु गोबिंद सिंह जी, सदा करह कल्याण। वाहिगुरू जी का खालसा, वाहिगुरू जी की फतेह।